ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਾਚੀ ਦੇਹ ਮੋਹ ਫੁਨ ਬੰਦੀ, ਸੱਠ ਕਠੋਰ ਕੁਚੀਲ ਕੋ ਗਿਆਨੀ। ਕਹਿੰਦੇ ਕਿ ਹੈ ਭੱਟੋ, ਜਿਸ ਦਾ ਤੁਸੀਂ ਹੰਕਾਰ ਕਰਦੇ ਹੋ, ਇਹ ਦੇਹ ਕਾਚੀ ਕਹੀਏ ਕੱਚੀ ਹੈ, ਭਾਵ ਨਾਸ ਹੋ ਜਾਣ ਵਾਲੀ ਹੈ। ਫਿਰ ਇਹ ਦੇਹ ਮੋਹ ਅਗਿਆਨ ਰੂਪ ਰੱਜੂ ਕੇ ਰੱਸੀ ਕਰਕੇ ਬੰਨ੍ਹਦੀ ਹੋਈ ਹੈ, ਭਾਵ ਕਿ ਅਗਿਆਨ ਤੋਂ ਹੀ ਇਸ ਦੀ ਉਤਪਤੀ ਹੋਈ ਹੈ, ਅਥਵਾ ਇਸਤਰੀ ਪੁੱਤਰ ਆਦਿਕਾਂ ਦੇ ਮੋਹ ਰੂਪੀ ਰੱਸੀ ਨਾਲ বা ਪਦਾਰਥਾਂ ਰੂਪ ਰੱਸੀ ਨਾਲ ਬੱਧੀ ਹੋਈ ਹੈ। ਤਿੰਨ ਗੁਣਾਂ ਦੇ ਅਭਿਮਾਨ ਹੋਣ ਕਰਕੇ ਇਹ ਜੀਵ ਸੱਠ ਕਹੀਏ ਮੂਰਖ ਹੋ ਰਿਹਾ ਹੈ। ਵੇਦਾਂ ਸ਼ਾਸਤਰਾਂ ਤੋਂ ਉਲਟ ਚੱਲਣ ਕਰਕੇ ਕਠੋਰ ਕਹੀਏ ਪੱਥਰ ਦਿਲ ਹੋ ਰਿਹਾ ਹੈ। ਨਾਮ ਤੋਂ ਹੀਣ ਹੋਣ ਕਰਕੇ ਇਹ ਜੀਵ ਕੁਚੀਲ ਕਹੀਏ ਅਪਵਿੱਤਰ ਹੋ ਰਿਹਾ ਹੈ, ਅਤੇ ਸਰੂਪ ਗਿਆਨ ਤੋਂ ਹੀਣ ਹੋਣ ਕਰਕੇ ਕੁਗਿਆਨੀ ਵੱਧ ਗਿਆਨੀ ਹੋ ਰਿਹਾ ਹੈ, ਅਥਵਾ ਕੁਗਿਆਨੀ ਸਰੂਪ ਗਿਆਨ ਤੋਂ ਹੀਤ ਰਹਿਣ ਹੋਣ ਕਰਕੇ ਇਹ ਜੀਵ ਮਨ ਕਰਕੇ ਸੱਠ ਮੂਰਖ ਹੋ ਰਿਹਾ ਹੈ, ਪਾਣੀ ਕਰਕੇ ਕਠੋਰ ਹੋ ਰਿਹਾ, ਬਾਣੀ ਕਰਕੇ ਕਠੋਰ ਹੋ ਰਿਹਾ ਹੈ, ਭਾਵ ਦੁਖਾਵੀ ਬਾਣੀ ਦੇ ਉਚਾਰਨ ਵਾਲਾ ਹੋ ਰਿਹਾ ਹੈ, ਅਤੇ ਤਨ ਸਰੀਰ ਕਰਕੇ ਸਰੀਰ ਦੇ ਕੁਚੀਲ ਕਹੀਏ ਪਵਿੱਤਰਤਾ ਹੋ ਰਿਹਾ ਹੈ। ਧਾਵਤ ਭ੍ਰਮਤ ਰਹਿਨ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਫਿਰ ਜੋ ਪਦਾਰਥ ਹਮੇਸ਼ਾ ਇੱਕ ਜਗ੍ਹਾ ਰਹਿਣਾ ਨਹੀਂ ਚਾਹੁੰਦੇ, ਇੱਕ ਜਗ੍ਹਾ ਰਹਿਣਾ ਨਹੀਂ ਪਾਉਂਦੇ, ਉਸ ਦੀ ਪ੍ਰਾਪਤੀ ਵਾਸਤੇ ਇਹ ਜੀਵ ਧਾਵਤ ਭ੍ਰਮਤ ਕਹੀਏ ਦੌੜਿਆ ਭੱਜਿਆ ਫਿਰਦਾ ਹੈ। ਭਰਮ ਕਰਕੇ ਪ੍ਰਭੂ ਤੋਂ ਭੁੱਲਾ ਵਿਸ਼ਿਆਂ ਵੱਲ ਧਾਵਤ ਦੌੜਦਾ ਹੈ, ਅਤੇ ਇੱਛਾ ਦਾ ਮਾਰਿਆ ਕਿਸੇ ਜਗ੍ਹਾ ਰਹਿਣਾ ਨਹੀਂ ਪਾਉਂਦਾ। ਇਸ ਕਰਕੇ ਇਸ ਜੀਵ ਨੇ ਪਾਰ ਬ੍ਰਹਮ ਕਹੀਏ ਪਰਾਰੂਪ ਸਰਬ ਵਿਆਪਕ ਪਰਮਾਤਮਾ ਦੀ ਗਤ ਪ੍ਰਾਪਤੀ ਰੀਤੀ ਨਹੀਂ ਜਾਣਨਾ ਕੀਤੀ। ਜੋ ਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬੜੋ ਅਭਿਮਾਨੀ। ਫਿਰ ਇਹ ਜੋਬਨ ਕਹੀਏ ਜਵਾਨੀ ਦੇ ਸੋਹਣੇ ਰੂਪ ਵਿੱਚ, ਅਤੇ ਮਾਇਆ ਦੇ ਮਦ ਕਹੀਏ ਹੰਕਾਰ ਵਿੱਚ ਮਾਤਾ ਕਹੀਏ ਮਸਤ ਹੋ ਰਿਹਾ ਹੈ, ਜਿਸ ਕਰਕੇ ਵੱਡੋ ਅਭਿਮਾਨੀ ਵੱਡਾ ਹੰਕਾਰੀ ਹੋਇਆ, ਬਿਕਲ ਕਹੀਏ ਵਿਆਕੁਲ ਹੋਇਆ, ਦੁਨੀਆ ਵਿਖੇ ਵਿਚਰਤ ਫਿਰ ਰਿਹਾ ਹੈ। ਪਰ ਧਨ ਪਰ ਅਪਵਾਦ ਨਾਰ ਨਿੰਦਾ, ਯਹ ਮੀਠੀ ਜੀ ਮਾਹਿ ਧਾਨੀ। ਪਰ ਧਨ ਪਰਾਇਆ ਧਨ ਚੁਰਾ ਲੈਣਾ, ਪਰ ਅਪਵਾਦ ਪਰਾਇਆ ਨਾਲ ਝਗੜੇ ਕਰਨੇ, ਨਾਰ ਕਹੀਏ ਪਰਾਈ ਔਰਤ ਵੱਲ ਖੋਟੀ ਨਜ਼ਰ ਨਾਲ ਵਿਸ਼ੇ ਨਜ਼ਰ ਕਰਕੇ ਤੱਕਣਾ, ਅਤੇ ਦੂਸਰਿਆਂ ਦੀ ਨਿੰਦਿਆ ਕਰਨੀ। ਇਹ ਸਾਰੀਆਂ ਗੱਲਾਂ ਮਿੱਠੀਆਂ ਭਾਵ ਚੰਗੀਆਂ ਜਾਣ ਕੇ ਇਸ ਪ੍ਰਮਾਦੀ ਜੀਵ ਨੇ ਹਿਤ ਕਹੀਏ ਆਨੀ ਪ੍ਰੇਮ ਸਹਿਤ ਜੀ ਹਿਰਦੇ ਵਿਖੇ ਲਿਆਣਾ ਕੀਤੀਆਂ ਹਨ। ਬਲ ਬੰਚ ਛਾਪ ਕਰਤ ਉਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ। ਇਹ ਆਪਣੇ ਵੱਲੋਂ ਦਾ ਛਾਪ ਕਹੀਏ ਲੁਪ ਛਿਪ ਕੇ ਕਈ ਤਰ੍ਹਾਂ ਦੀ ਬਲਵੰਚ ਕਹੀਏ ਠੱਗੀਆਂ ਦੇ ਉਬਾਬ ਯਤਨਾਂ ਨੂੰ ਕਰਦਾ ਹੈ, ਪਰ ਘਟ ਦੀ ਜਾਣਨ ਵਾਲਾ ਪ੍ਰਭੂ ਇਸ ਦੇ ਕਰਤੱਵਾਂ ਨੂੰ ਦੇਖ ਰਿਹਾ ਹੈ, ਅਤੇ ਇਸ ਦੀਆਂ ਗੱਲਾਂ ਨੂੰ ਸੁਣ ਰਿਹਾ ਹੈ। ਇੱਥੋਂ ਤੱਕ ਪ੍ਰਮਾਦੀ ਕੇ ਜੀਵਾਂ ਦੀ ਅਵਸਥਾ ਉਹ ਦੱਸ ਕੇ ਭੱਟਾਂ ਨੂੰ ਸਮਝਾਉਂਦੇ ਹਨ। ਹੇ ਭੱਟੋ, ਜੇ ਤੁਸੀਂ ਇਹਨਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਪ੍ਰਭੂ ਅੱਗੇ ਇਸ ਤਰ੍ਹਾਂ ਨਿਮਰਤਾ ਸਹਿਤ ਬੇਨਤੀਆਂ ਕਰੋ। ਸੀਲ ਧਰਮ ਦਇਆ ਸੁਚ ਨਾਸਿਤ, ਆਇਓ ਸਰਨ ਜੀ ਕੇ ਦਾਨੀ। ਹੇ ਪ੍ਰਭੂ, ਸੀਲ ਕਹੀਏ ਸ਼ਾਂਤੀ ਸੁਭਾਓ, ਸਵੈ ਧਰਮ ਜੀਵਾਂ ਉੱਪਰ ਦਇਆ ਕਰਨੀ, ਸੁੱਚ ਅਪਵਿੱਤਰਤਾ ਆਦਿਕ ਸ਼ੁਭ ਗੁਣ ਮੇਰੇ ਵਿਖੇ ਨਾਸਤ ਕਹੀਏ ਨਹੀਂ ਹਨ। ਹੇ ਜੀ ਕੇ ਦਾਨੀ, ਜੀਵਾਂ ਨੂੰ ਖਾਣ ਪਾਣ ਪਹਿਰਾਣ ਆਦਿਕ ਦਾਨ ਦੇਣ ਵਾਲੇ ਦਾਨੀ ਪ੍ਰਭੂ, ਮੈਂ ਆਪ ਜੀ ਦੀ ਸ਼ਰਨ ਵਿਖੇ ਆਇਆ ਹਾਂ। ਕਾਰਨ ਕਰਨ ਸਮਰੱਥ ਸ੍ਰੀ ਧਰ, ਰਾਖ ਲੈ ਹੋ ਨਾਨਕ ਕੇ ਸੁਆਮੀ। ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਭੱਟੋ, ਇਸ ਤਰ੍ਹਾਂ ਬੇਨਤੀਆਂ ਕਰੋ ਕਿ ਹੇ ਸਰਬ ਕਾਰਨ ਕਾਰਜ ਰੂਪ ਪ੍ਰਪੰਚ ਦੇ ਕਰਨੇ ਨੂੰ ਸਮਰੱਥ ਗਈਏ ਸ੍ਰੀ ਸੋਭਾ ਦੇ
ਧਾਰਨ ਵਾਲੇ ਮੇਰੇ ਸੁਆਮੀ ਪ੍ਰਮਾਤਮਾ ਮੈਨੂੰ ਰੱਖ ਲਓ। ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕਉ। ਪ੍ਰਮਾਤਮਾ ਦੀ ਜੋ ਬਾਣੀ ਕਰਕੇ ਬੇਨਤੀ ਕਰਨੀ ਹੈ ਅਤੇ ਤਨ ਕਰਕੇ ਜੋ ਸ਼ਰਨ ਗ੍ਰਹਿਣ ਕਰਨੀ ਹੈ, ਹੇ ਭੱਟੋ ਇਹੀ ਬੜੇ ਬੜੇ ਜੋ ਉਗਰ ਪਾਪ ਹਨ, ਉਹਨਾਂ ਪਾਪਾਂ ਦੇ ਵਿਦਾਰਨ ਕੋ ਕਹੀਏ ਨਾਸ ਕਰਨ ਨੂੰ ਤਾਕਤਵਰ ਬੂਟੀ ਹੈ। ਭਾਵ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਨ ਕਰਕੇ ਸਾਰੇ ਪਾਪ ਅਭਾਵ ਹੋ ਜਾਂਦੇ ਹਨ। ਹਰ ਤਾਰਨ ਤਰਨ ਸਮਰੱਥ ਸਭੈ ਬਿਦ ਕੁਲਹ ਸਮੂਹ ਉਦਾਹਰਨ ਸੋ। ਫਿਰ ਉਹ ਹਰੀ ਪ੍ਰਭੂ ਆਪਣੇ ਸੇਵਕਾਂ ਤੋਂ ਤਰਨ ਜਹਾਜ਼ ਰੂਪ ਹੈ ਅਤੇ ਸਭ ਵਿਧੀਆਂ ਕਰਕੇ ਸਮਰੱਥ ਹੈ। ਫਿਰ ਸੇਵਕਾਂ ਦੀਆਂ ਸਮੂਹ ਕੁਲਾਂ ਦੇ ਤਾਰਨ ਵਾਲਾ ਸੋ ਹੈ। ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਧਾਉ। ਸਤ ਸੰਗਤ ਦੇ ਮਹਾਤਮ ਨੂੰ ਜਾਣ ਕੇ ਬਾ ਸਤ ਸੰਗਤ ਵਿਖੇ ਪ੍ਰਭੂ ਦਾ ਨਿਵਾਸ ਜਾਣ ਕੇ, ਹੇ ਅਚੇਤ ਕਹੀਏ ਅਗਿਆਨਤ ਚਿੱਤ ਵਾਲੇ ਜੀਵ, ਤੂੰ ਪ੍ਰਮਾਤਮਾ ਦੇ ਨਾਮਾਂ ਨੂੰ ਚੇਤਨਾ ਕਰ। ਭਰਮ ਰੂਪ ਹਨੇਰੇ ਦਾ ਮੋਹਿਓ ਕਹੇ ਠੱਗਿਆ ਹੋਇਆ ਕਤ ਤੋਂ ਕਿੱਧਰ ਭਟਕਦਾ ਫਿਰਦਾ ਹੈ। ਮੋਹ ਕਰਕੇ ਕਰਮ ਭਰਮ ਰੂਪ ਹਨੇਰੇ ਵੱਲ ਕਿਸ ਵਾਸਤੇ ਝਟਕਦਾ ਫਿਰਦਾ ਹੈ, ਭਟਕਦਾ ਫਿਰਦਾ ਹੈ। ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਓ। ਮੂਰਤ ਕਹੀਏ ਦੋ ਘੜੀਆਂ, ਇੱਕ ਘੜੀ ਚਸਾ ਭਰ ਜਾਂ ਇੱਕ ਪਲ ਮਾਤਰਾ ਨੂੰ ਆਪਣੀ ਰਸਨਾ ਜਿਹਬਾ ਦੁਆਰਾ RAM ਨਾਮ ਰੂਪ ਸਿਮਰਨ ਨੂੰ ਲਓ ਕਹੀਏ ਉਚਾਰਨਾ ਕਰ। ਹੋਛਾਉ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਾਉ। ਸਿਮਰਨ ਤੋਂ ਬਿਨਾਂ ਦੁਨੀਆ ਦੇ ਸਾਰੇ ਕਾਜ ਕੰਮ ਹੋਛੋ ਕਹੀਏ ਤੁੱਛ ਹਨ ਅਤੇ ਇਹਨਾਂ ਦਾ ਸੁਖ ਵੀ ਅਲਪ ਕਹੀਏ ਤੁੱਛ ਭਾਵ ਥੋੜਾ ਸਮਾਂ ਰਹਿਣ ਵਾਲਾ ਹੈ। ਫਿਰ ਇਹ ਦੁਨੀਆ ਦੇ ਕਾਰਜ ਬੰਧਨ ਕਹੀਏ ਫਾਹੀ ਰੂਪ ਹਨ। ਇਹਨਾਂ ਦੀ ਖਾਤਰ ਤੂੰ ਕਿਸ ਲਈ ਕਰੋੜਾਂ ਜਨਮਾਂ ਦੇ ਦੁੱਖਾਂ ਵਿੱਚ ਕਹਿੰਦੇ ਭੌਂਦਾ ਫਿਰਦਾ ਹੈ। ਸਿੱਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਓ ਰਾਉ। ਸਤਿਗੁਰ ਦੇਵ ਜੀ ਕਹਿੰਦੇ ਕਥਨ ਕਰਦੇ ਹਨ ਕਿ ਹੇ ਭੱਟੋ, ਤੁਹਾਨੂੰ ਚਾਹੀਦਾ ਹੈ ਜੋ ਸੰਤਾਂ ਦੀ ਸਿੱਖਿਆ ਦੁਆਰੇ ਪ੍ਰਭੂ ਦੇ ਨਾਮ ਨੂੰ ਭਜ ਕਹੀਏ ਉਚਾਰਨਾ ਕਰੋ। ਭਜ ਢਿੱਲਾ ਬੋਲਣਾ ਹੈ, ਪਾਠ ਕਰਨਾ ਭਜ ਉਚਾਰਨਾ ਕਰੋ ਅਤੇ ਆਤਮਾ ਰੰਗ ਸਿਉ ਕੇ ਮਨ ਦੇ ਪ੍ਰੇਮ ਸਹਿਤ RAM ਨਾਮ ਨੂੰ ਰੌਂ ਕਹੀਏ ਉਚਾਰਨਾ ਕਰੋ। ਹੁਣ ਪਰਮੇਸ਼ਰ ਦੀ ਸਮਰੱਥਾ ਨਿਰੂਪਣ ਕਰਦੇ ਹੋਏ ਉਪਦੇਸ਼ ਦੇਣਾ ਕਰਦੇ ਹਨ। ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ। ਮਾਤਾ ਦੇ ਤਨ ਰੂਪੀ ਖੇਤ ਵਿੱਚ ਪਿਤਾ ਦੇ ਰੰਚਕ ਮਾਤਰ ਰੇਤ ਬੀਰਜ ਦੇ ਨਿਵਰਤ ਪ੍ਰਾਪਤ ਹੋਣ ਕਰਕੇ ਜਿਸ ਪ੍ਰਭੂ ਨੇ ਦੁਰਲਭ ਦੇ ਕਹੀਏ ਮਨੁੱਖਾ ਦੇਹ ਬਣਾ ਰੱਖੀ ਹੈ। ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ। ਜਿਸ ਪਰਮੇਸ਼ਰ ਨੇ ਸੁੱਖਾਂ ਦੇ ਭੋਗਣ ਵਾਸਤੇ ਕਈ ਤਰ੍ਹਾਂ ਦੇ ਖਾਣ ਪੀਣ ਦੇ ਪਦਾਰਥ ਅਤੇ ਰਹਿਣ ਵਾਸਤੇ ਸੋਧੇ ਕੀ ਮੰਦਰ ਦਿੱਤੇ ਹਨ। ਫਿਰ ਜਿਸ ਪਰਮਾਤਮਾ ਨੇ ਮਾਤਾ ਦੇ ਉਦਰ ਦਾ ਸੰਕਟ ਕੱਟਿਆ ਹੈ ਅਤੇ ਬਾਹਰਲੀ ਬਿਪਤਾ ਵੀ ਤੇਰੀ ਦੂਰ ਕੀਤੀ ਹੈ, ਅਥਵਾ ਸੰਕਟਾਂ ਦੇ ਕੱਟਣ ਵਾਲੇ ਹਰੀ ਨੇ ਤੇਰੀ ਹਰ ਤਰ੍ਹਾਂ ਦੀ ਬਿਪਤਾ ਹਰੀ ਕਹੀਏ ਨਾਸ ਕੀਤੀ ਹੈ। ਮਾਤ ਪਿਤਾ ਭਾਈ ਅਰ ਬੰਧਪ ਬੂਝਨ ਕੀ ਸਭ ਸੂਝ ਪਰੀ। ਫਿਰ ਜਿਸ ਪਰਮਾਤਮਾ ਨੇ ਮਾਤਾ ਪਿਤਾ ਭਰਾ ਅਤੇ ਹੋਰ ਜੋ ਸੰਬੰਧੀ ਹਨ, ਇਹਨਾਂ ਸਾਰਿਆਂ ਦੇ ਬੂਝਣ ਕਹੀਏ ਸਮਝਣੇ ਦੀ ਤੇਰੇ ਅੰਦਰ ਗਿਆਤ ਪਾਈ ਹੈ। ਭਾਵ ਇਹ ਮੇਰੀ ਮਾਤਾ ਹੈ, ਇਹ ਮੇਰਾ ਪਿਤਾ ਹੈ, ਇਹ ਮੇਰਾ ਭਾਈ, ਇਹ ਮੇਰੀ ਭੈਣ ਹੈ। ਇਹਨਾਂ ਸਾਰਿਆਂ ਸੰਬੰਧੀਆਂ ਦੀ ਗਿਆਤ ਜਿਸ ਪਰਮਾਤਮਾ ਨੇ ਬਖਸ਼ੀ ਹੈ। ਵਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ। ਰਾਤ ਦੀ ਸੰਗਿਆ ਕਰਕੇ ਨਿਤਾ ਪ੍ਰਤੀ ਤੂੰ ਵਰਦਮਾਨ ਹੋਵਤ ਕਹੀਏ ਵੱਡਾ ਹੁੰਦਾ ਜਾਂਦਾ ਹੈ, ਜਿਸ ਕਰਕੇ ਬਿਖਮ ਕਹੀਏ ਕਠਨ ਅਰਥਾਤ ਦੁਖਦਾਈ ਜਰੀ ਕਹੀਏ ਬਿਰਧ ਅਵਸਥਾ ਤੇਰੇ
ਨਿਕਟ ਆਉਂਦੀ ਜਾਂਦੀ ਹੈ। ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਘਰੀ। ਇਹ ਸੁਭ ਗੁਣਾਂ ਤੋਂ ਹੀਨ ਰਹਿਤ ਦੀਨ ਸਰੂਪ ਤੋਂ ਰਹਿਤ ਮਾਇਆ ਦੇ ਕੀੜੇ ਤੈਨੂੰ ਚਾਹੀਦਾ ਹੈ। ਜੇ ਸੁਆਮੀ ਪ੍ਰਮਾਤਮਾ ਨੇ ਤੈਨੂੰ ਇਤਨਾ ਕੁਝ ਬਖਸ਼ਿਆ ਹੈ, ਉਸ ਨੂੰ ਇੱਕ ਘੜੀ ਮਾਤਰ ਤਾਂ ਸਿਮਰਨਾ ਕਰ। ਉਸ ਆਦਮੀ ਸੁਆਮੀ ਪ੍ਰਮਾਤਮਾ ਦੇ ਅੱਗੇ ਇਸ ਤਰ੍ਹਾਂ ਬੇਨਤੀਆਂ ਕਰਿਆ ਕਰ। ਕਰ ਗਹਿ ਲੇਹੁ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ। ਇਹ ਕਿਰਪਾਲੂ ਪ੍ਰਮਾਤਮਾ, ਕਿਰਪਾ ਨਿਧ ਕਹੀਏ ਕਿਰਪਾ ਦੇ ਸਮੁੰਦਰ, ਕਿਰਪਾ ਕਰਕੇ ਆਪ ਮੇਰੇ ਮਨ ਰੂਪੀ ਕਰ ਕਹੀਏ ਹੱਥ ਨੂੰ ਗਹਿ ਲਿਓ ਕਹਿੰਦੇ ਫੜ ਲੈਣਾ ਕਰੋ, ਅਤੇ ਕਿਰਪਾ ਕਰਕੇ ਮੇਰੇ ਅੰਦਰੋਂ ਭਰਮ ਰੂਪੀ ਭਰੀ ਕਹੀਏ ਪੰਡ ਨੂੰ ਕੱਟਣਾ ਕਰੋ। ਅਵਸਥਾ ਅਥਵਾ ਭਰੀ ਕੇ ਪ੍ਰਾਤਮ ਪ੍ਰਮਾਤਮਾ ਪ੍ਰਕਾਰ 5 ਪ੍ਰਕਾਰ ਦੇ ਭਰਮ ਨੂੰ ਰੋਕਣਾ ਕਰੋ। ਹੇ ਪ੍ਰਭੂ, ਜਿਸ ਕਰਮ ਭਰਮ ਕਰਕੇ ਮੇਰੀ ਬੁੱਧੀ ਵਿਸ਼ਿਆਂ ਨਾਲ ਭਰੀ ਲਿਬੜੀ ਹੋਈ ਹੈ, ਉਸ ਕਰਮ ਨੂੰ ਕੱਟ ਦੇਣਾ ਕਰੋ। ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਵ ਕਰਤ ਮਹਾ ਮੁਗਨਾ। ਹੇ ਮਨ ਰੂਪੀ ਮੂਸ ਕਹੀਏ ਚੂਹੇ, ਤੂੰ ਇਸ ਸਰੀਰ ਰੂਪੀ ਬਿਲਾ ਕਹੀਏ ਖੁੰਡ ਵਿਖੇ ਹੰਕਾਰ ਕਰਦਾ ਹੈ, ਅਤੇ ਮਹਾ ਮੁਗਨਾ ਬੜੇ ਮੂਰਖਾਂ ਵਾਲੇ ਕਰਤਵਾਂ ਨੂੰ ਕਰਦਾ ਹੈ। ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਕੁਗਨਾ। ਸਪਤ ਕੇ ਸੰਪਤਾ ਰੂਪੀ ਦੋਲ ਭੰਗੂਰੇ ਦੇ ਝੋਲ ਹਲਾਰੇ ਨਾਲ ਤੂੰ ਝੂਲ ਰਿਹਾ ਹੈ, ਭਾਵ ਮਾਇਆ ਦੀ ਪ੍ਰਾਪਤੀ ਲਈ ਸੰਸਾਰ ਵਿਖੇ ਭਟਕਦਾ ਫਿਰਦਾ ਹੈ, ਅਤੇ ਮਾਇਆ ਵਿੱਚ ਮਸਤ ਹੋ ਕੇ ਘੁਗਣਾ ਕਹੀਏ ਉੱਲੂਆਂ ਵਾਂਗੂ ਸੰਸਾਰ ਉਖਾੜ ਵਿਖੇ ਉਜਾੜ ਵਿਖੇ ਭ੍ਰਮਤ ਅਤੇ ਭਰਮਦਾ ਫਿਰਦਾ ਰਿਹਾ ਹੈ। ਸੋਤ ਬਨਤਾ ਸਾਜਨ ਸੁਖ ਬੰਦਪ ਤਾਸਿਓ ਮੋਹ ਬੜਿਓ ਸੋ ਕਨਾ। ਫਿਰ ਸੁੱਤ ਕਹੀਏ ਪੁੱਤਰ, ਬੰਤਾ ਕਹੀਏ ਇਸਤਰੀ, ਸੱਜਣਾ ਮਿੱਤਰਾਂ ਵਿਖੇ ਸੁੱਖਾਂ ਬੰਧਪ ਜੀ ਸੰਬੰਧੀ ਹਨ, ਤਾਸਿਓ ਤਿੰਨਾਂ ਸਾਰਿਆਂ ਨਾਲ ਸੋ ਤੇਰਾ ਘਣਾ ਕਹੀਏ ਬਹੁਤ ਮੋਹ ਵੱਡਿਓ ਕਹੀਏ ਮੋਹ ਵੱਧ ਰਿਹਾ ਹੈ। ਸੋ ਘਣਾ ਸੰਘਣਾ ਮੋਹ ਵੱਧ ਰਿਹਾ ਹੈ। ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਦ ਕਰਤ ਅਗਨਾ। ਬੁੱਧੀ ਰੂਪੀ ਧਰਤੀ ਵਿੱਚ ਅਹੰ ਕਹੀਏ ਹੰਗਤਾ ਰੂਪ ਬੀਜ ਦੇ ਬੀਣੇ ਬੀਜਣ ਕਰਕੇ, ਮਮ ਕਹੀਏ ਮਮਤਾ ਰੂਪੀ ਅੰਕੁਰ ਅੰਗੂਰ ਪੈਦਾ ਹੋ ਰਿਹਾ ਹੈ। ਅਗਨਾ ਪਾਪ ਕਰਮ ਕਰਦਿਆਂ ਹੋਇਆਂ ਤੇਰੀ ਸਾਰੀ ਔਧ ਉਮਰਾ ਨਿਫਲ ਬੀਤਦੀ ਜਾ ਰਹੀ ਹੈ। ਮਿਰਤ ਮੰਝਾਰ ਪ੍ਰਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ। ਮਿਰਤ ਮੰਝਾਰ ਕਹੀਏ ਮੌਤ ਰੂਪੀ ਬਿੱਲਾ, ਮੁਖ ਨੂੰ ਪਸਾਰ ਕਹੀਏ ਖੋਲ ਕੇ ਤੇਰੀ ਵੱਲ ਨਿਰਖਤ ਕਹੀਏ ਦੇਖ ਰਿਹਾ ਹੈ, ਪਰ ਤੂੰ ਭੁਗਤ ਭੋਗਾਂ ਨੂੰ ਪੁੰਚਤ ਕਹੀਏ ਭੋਗਦਾ ਹੋਇਆ ਤ੍ਰਿਸ਼ਨਾ ਕਰਕੇ ਭੁੱਖ ਭੁਖਣਾ ਭੁੱਖੇ ਦਾ ਭੁੱਖਾ ਹੀ ਹੈ। ਉਹ ਮੌਤ ਰੂਪੀ ਬਿੱਲਾ ਜੀਵਾਂ ਰੂਪੀ ਚੂਹਿਆਂ ਦੀ ਭੁਗਤ ਨੂੰ ਭੋਗਦਾ ਹੋਇਆ ਫਿਰ ਵੀ ਭੁੱਖੇ ਦਾ ਭੁੱਖਾ ਹੀ ਹੈ। ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ। ਗੁਰੂ ਜੀ ਕਥਨ ਕਰਦੇ ਹਨ, ਹੇ ਭਾਈ, ਜੇ ਤੂੰ ਉਸ ਮੌਤ ਰੂਪੀ ਬਿੱਲੇ ਤੋਂ ਬਚਣਾ ਚਾਹੁੰਦਾ ਹੈ ਤਾਂ ਤੂੰ ਉਹਨਾਂ ਸੰਤਾਂ ਦੀ ਸਤ ਸੰਗਤ ਵਿਖੇ ਜਾ ਕੇ ਦਿਆਲੂ ਗੋਪਾਲ ਨੂੰ ਸਿਮਰਨਾ ਕਰ, ਜਿਨ੍ਹਾਂ ਸੰਤਾਂ ਨੇ ਜਗ ਕਹੀਏ ਸੰਸਾਰ ਨੂੰ ਸੁਪਨੇ ਦੀ ਨਿਆਈ ਮਿੱਥਿਆ ਜਾਣਨਾ ਕੀਤਾ ਹੈ। ਹੁਣ ਬੈਰਾਗ ਜਨਕ ਉਪਦੇਸ਼ ਦਿੰਦੇ ਹਨ। ਦੇਹਨ ਗੇਹਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰ ਹੋ। ਦੇਹਨ ਸਰੀਰਾਂ ਨੇ, ਗੇਹਨ ਘਰਾਂ ਨੇ, ਬਾ ਘਰ ਵਾਲੀਆਂ ਇਸਤਰੀਆਂ ਨੇ, ਨਾ ਨੀਤਾ ਪ੍ਰਤੀ ਭਾਵ ਸਦਾ ਨਹੀਂ ਰਹਿਣਾ। ਇਸ ਲਈ ਤੂੰ ਇਹਨਾਂ ਵਿਖੇ ਨੇਹ ਕਹੀਏ ਪ੍ਰੇਮ ਨਾ ਕਰ, ਜਿਸ ਮਾਇਆ ਵਿਖੇ ਤੁਸੀਂ ਮਤ ਕਦੇ ਮਸਤ ਹੋ ਰਹੇ ਹੋ। ਇਸ ਮਾਇਆ ਵਿੱਚ ਕਹਾਂ ਲਓ ਕਦੋਂ ਤੱਕ ਗਾਵੋ ਗੌਰਵਤਾ ਵਡਿਆਈ ਲਓਗੇ, ਕਿਉਂਕਿ ਮਾਇਆ ਦੀ ਵਡਿਆਈ ਤਾਂ ਖਿੰਨ ਭੰਗਰ ਭਾਵ ਜਲਦੀ ਨਾਸ ਹੋ ਜਾਣ ਵਾਲੀ ਹੈ, ਅਥਵਾ ਮਾਇਆ ਦੀ ਮਸਤੀ ਦਾ ਕਦੋਂ ਤੱਕ
ਗਰਹੋ ਹੰਕਾਰ ਕਰ ਸਕੋਗੇ? ਕਦੋਂ ਤੱਕ ਗਾਰੋ ਕਹੀਏ ਹੰਕਾਰ ਕਰ ਸਕੋਗੇ? ਇਸ ਮਾਇਆ ਦੀ ਮਸਤੀ ਵਿਖੇ ਕਹਾਂ ਲਓ ਕੀ ਲਓਗੇ? ਭਾਵ ਗਾਰੋ ਕਹੀਏ ਗਲਣਾ ਹੀ ਲਹੋਗੇ। ਸ਼ਤਰਨ ਪਤਰਨ ਚਾਵਰ ਨਾ ਚਾਵਰ ਬਹਤੀ ਜਾਤ ਹਿਰਦੈ ਨਾ ਵਿਚਾਰ ਹੋ। ਸ਼ਤਰਨ ਕਹੀਏ ਸਿਰ ਉੱਪਰ ਰਾਜਸੀ ਸ਼ਤਰਾਂ ਦੀ ਝੁਲੀਣਾ ਪ੍ਰਤਨ ਹੁਕਮਨਾਮੇ ਚੱਲਣੇ। ਵਾ ਪ੍ਰਤਕਾ ਸਾਰੇ ਮਨਜ਼ੂਰ ਹੋਈਆਂ ਅਤੇ ਚੌਰ ਕਹੀਏ ਚੌਰ ਬਰਦਾਰ ਨੇ ਹਮੇਸ਼ਾ ਚੌਰ ਲੈ ਕੇ ਸਿਰ 'ਤੇ ਖਲੋਤਿਆਂ ਰਹਿਣਾ। ਚਾਰ ਮਨ ਮਰਜ਼ੀ ਦੀਆਂ ਖੁਸ਼ੀਆਂ ਭੋਗਣੀਆਂ। ਇਤਿਆਦਿਕ ਸਾਰਿਆਂ ਪਦਾਰਥਾਂ ਨੇ ਹਮੇਸ਼ਾ ਨਹੀਂ ਰਹਿਣਾ। ਇਹਨਾਂ ਪਦਾਰਥਾਂ ਵਿੱਚ ਹੀ ਤੁਹਾਡੀ ਉਮਰਾ ਨਿਸਫਲ ਬਹਿਤੀ ਜਾਤ ਕਹੀਏ ਬਤੀਤ ਹੁੰਦੀ ਜਾ ਰਹੀ ਹੈ। ਪਰ ਤੁਸੀਂ ਲੋਕ ਮਾਇਆ ਦੀ ਮਸਤੀ ਕਰਕੇ ਆਪਣੇ ਹਿਰਦੇ ਕਹੀਏ ਹਿਰਦੇ ਵਿਖੇ ਇਸ ਗੱਲ ਨੂੰ ਵਿਚਾਰਦੇ ਨਹੀਂ ਹੋ। ਰਥ ਅਸਵਨ ਗੱਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰ ਹੋ। ਰਥਨ ਕਹੀਏ ਰਥਾਂ ਨੂੰ, ਅਸਵਨ ਘੋੜਿਆਂ ਨੂੰ, ਘੋੜ ਸਵਾਰ ਸੂਰਮਿਆਂ ਨੂੰ, ਗੱਜ ਕਹੀਏ ਹਾਥੀਆਂ ਨੂੰ, ਹਾਥੀ ਸਵਾਰ ਸੂਰਮਿਆਂ ਨੂੰ, ਸਿੰਘ ਆਸਣ ਸ਼ੇਰ ਦੇ ਮੁੱਖ ਵਰਗੀਆਂ ਰਾਜ ਗੱਦੀਆਂ, ਇਹਨਾਂ ਸਾਰਿਆਂ ਨੂੰ ਅੰਤ ਸਮੇਂ ਇੱਕ ਛਿਨ ਵਿਖੇ ਤਿਆਗ ਕੇ ਨਾਂਗ ਸੁਧਾਰੋ ਕਹੀਏ ਨੰਗੇ ਪੈਰੀਂ ਚਲੇ ਜਾਓਗੇ। ਸੂਰਨ ਬੀਰਨ ਮੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰ ਹੋ। ਸੂਰਨ ਬੀਰਨ ਕਹੀਏ ਰਥੀ ਮਹਾਰਥੀ ਅਤੇ ਅਥਰਥੀ ਸੂਰਮਿਆਂ ਨੂੰ, ਮੀਰਨ ਕਹੀਏ ਪਾਤਸ਼ਾਹ ਨੂੰ, ਅਤੇ ਖਾਨਮ ਖਾਨ ਜੋ 10 ਹਜ਼ਾਰੀ 5 ਹਜ਼ਾਰੀ ਹਨ। ਇਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਆਪਣੇ ਸੰਗ ਦਾ ਸਾਥੀ ਨੇਤਰਾਂ ਦੀ ਦ੍ਰਿਸ਼ਟੀ ਨਾਲ ਨਾ ਨਿਹਾਰੋ ਕਹੀਏ ਨਾ ਦੇਖਣਾ ਕਰੋ। ਓਟਨ ਓਟਨ ਕੋਸ ਨ ਛੋਟਾ ਕਰਤ ਵਿਕਾਰ ਦਊ ਕਰ ਝਾਰ ਹੋ। ਕੋਟਣ ਕਹੀਏ ਕਿਲਿਆਂ ਦਾ ਅਤੇ ਕੋਸ ਖਜ਼ਾਨਿਆਂ ਦਾ। ਕੋਟਣ ਆਸਰਾ ਲੈਣ ਕਰਕੇ ਛੋਟਾ ਛੁਟਕਾਰਾ ਨਹੀਂ ਹੋ ਸਕਦਾ। ਜੋ ਜੀਵ ਆਪਣੇ ਘਰ ਝਾਰੋ ਕਹੀਏ ਹੱਥਾਂ ਨੂੰ ਝਾੜ ਕੇ ਭਾਵ ਬੇਫਿਕਰ ਹੋ ਕੇ ਵਿਸ਼ੇ ਵਿਕਾਰਾਂ ਨੂੰ ਭੋਗਣਾ ਕਰਦੇ ਹਨ, ਅੰਤ ਨੂੰ ਜਮਦੂਤ ਉਹਨਾਂ ਨੂੰ ਉੱਪਰ ਦੋਵੇਂ ਹੱਥ ਝਾੜਦੇ ਹਨ। ਭਾਵ ਚੰਗੀ ਤਰ੍ਹਾਂ ਤਿਸ ਵਿਕਾਰੀ ਨੂੰ ਮਾਰਦੇ ਕੁੱਟਦੇ ਹਨ। ਇਸ ਲਈ ਇਸ ਜੀਵ ਨੂੰ ਚਾਹੀਦਾ ਹੈ ਆਪਣੇ ਬਚਾਓ ਲਈ ਵਿਸ਼ੇ ਵਿਕਾਰਾਂ ਵੱਲੋਂ ਆਪਣੇ ਮਨ ਬੁੱਧੀ ਰੂਪ ਹੱਥਾਂ ਨੂੰ ਝਾੜ ਦੇਣਾ ਕਰੇ। ਭਾਵ ਆਪਣੀ ਮਨ ਬੁੱਧੀ ਨੂੰ ਵਿਕਾਰਾਂ ਵੱਲ ਜਾਣ ਤੋਂ ਨਾ ਦੇਵੇ। ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਸ਼ਾਰ ਹੋ। ਮਿੱਤਰਨ ਕਹੀਏ ਮਿੱਤਰ, ਪਰੰਤੂ ਪੁੱਤਰ ਕਲੱਤਰ ਇਸਤਰੀ ਸਾਜਨ, ਸਖ ਕਹੀਏ ਪਿਆਰੇ ਸੱਜਣ ਇਤਿਆਦਿਕ ਸਾਰੇ ਸਾਥੀ ਅੰਤਮ ਸਮੇਂ ਬ੍ਰਿਛ ਦੀ ਛਾਂ ਵਾਂਗੂ ਉਲਟ ਜਾਂਦੇ ਹਨ। ਭਾਵ ਜਿਵੇਂ ਸੰਧਿਆ ਵੇਲੇ ਬ੍ਰਿਛ ਦੀ ਛਾਂ ਬ੍ਰਿਛ ਦੇ ਸੰਗ ਨੂੰ ਛੱਡ ਦਿੰਦੀ ਹੈ, ਤਿਵੇਂ ਸਾਰੇ ਸਾਥੀ ਅੰਤ ਸਮੇਂ ਜੀਵ ਦੇ ਸੰਗ ਨੂੰ ਛੱਡ ਦਿੰਦੇ ਹਨ। ਦੀਨ ਦਇਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰ ਹੋ। ਦੀਨਾਂ ਦੇ ਦਇਆ ਦਿਆਲਤਾ ਕਰਨ ਵਾਲਾ ਜੋ ਸਾਰਿਆਂ ਵਿਖੇ ਪੂਰਨ ਪੁਰਖ ਪ੍ਰਭੂ ਹੈ, ਤਿਸ ਅਗਮ ਅਪਾਰ ਨੂੰ ਛਿਨਾ ਕਾਲ ਵਿੱਚ ਸਿਮਰਨਾ ਕਰੋ। ਸ੍ਰੀ ਪਤਨਾਥ ਸਰਣ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰਹੁ। ਸਤਿਗੁਰ ਦੇਵ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਅੱਗੇ ਐਸੇ ਪ੍ਰਾਰਥਨਾ ਕਰੋ ਕਿ ਹੇ ਸ੍ਰੀ ਲక్ష్ਮੀ ਦੇ ਪਤੀ ਦਾਸਾਂ ਦੇ ਨਾਥ ਕਹੀਏ ਸੁਆਮੀ, ਮੈਂ ਜਨ ਆਪ ਜੀ ਦੀ ਸ਼ਰਨ ਵਿਖੇ ਆਇਆ ਹਾਂ। ਹੇ ਭਗਵੰਤ ਆਪ ਕਿਰਪਾ ਕਰਕੇ ਮੈਨੂੰ ਤਾਰਨਾ ਕਰੋ। ਹੁਣ ਮਾਇਆ ਦੀ ਪ੍ਰਬਲਤਾ ਦੱਸਦੇ ਹਨ। ਇਹ ਮਾਇਆ ਅਜਿਹੀ ਪ੍ਰਬਲ ਹੈ। ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੈ ਪਾਰੀ। ਕਿਸੇ ਨੂੰ ਪ੍ਰਾਣਾਂ ਦੇ ਰਸਤੇ ਗਈ, ਕਿਸੇ ਨੂੰ ਮਾਣ ਦੇ ਰਸਤੇ, ਕਿਸੇ ਨੂੰ ਦਾਨ ਦੇ ਰਸਤੇ ਜੋਹਨ ਕਹੀਏ ਨਾਸ ਕਰਦੀ ਹੈ। ਪ੍ਰਾਣ ਦੇ ਰਸਤੇ ਇਸ ਤਰ੍ਹਾਂ ਨਾਸ ਕਰਦੀ ਹੈ, ਜਦ ਪੁਰਸ਼ ਪਾਸੋਂ ਮਾਇਆ ਚਲੀ ਜਾਂਦੀ ਹੈ, ਭਾਵ ਵਪਾਰ 'ਚੋਂ ਘਾਟਾ ਪੈ ਜਾਂਦਾ ਹੈ, ਤਾਂ ਨਾਲ ਹੀ ਪ੍ਰਾਣ ਨਿਕਲ ਜਾਂਦੇ ਹਨ। ਜਥਾ ਬਹੁਤ ਯਤਨ ਪ੍ਰਾਣੀ ਕਰੈ ਅਤ ਬਲੇਸਤਾ ਹੇਤ
ਜੁਰੈ ਤਾਂ ਰੱਛਾ ਨਿਪਟ ਦੁੱਖ, ਜਾਏ ਤਾਂ ਪ੍ਰਾਨ ਸਕੇ ਸਮੇਤ। ਜਿਸ ਵੇਲੇ ਮਾਇਆ ਚਲੀ ਜਾਂਦੀ ਹੈ ਤਾਂ ਮਾਨੀ ਦਾ ਮਾਣ ਭੰਗਣ ਹੋ ਜਾਂਦਾ ਹੈ। ਜਦ ਕਿਸੇ ਸਮੇਂ ਦਾਨ ਦੇਣ ਦਾ ਮੌਕਾ ਬਣਦਾ ਹੈ ਤਾਂ ਹੱਥੋਂ ਦਾਨ ਦਿੰਦਾ ਨਹੀਂ ਤੇ ਹੋਰਨਾਂ ਦੇ ਮਜਬੂਰ ਕਰਨ ਤੇ ਅਤੇ ਚਿੰਤਾ ਵਿੱਚ ਹੀ ਹਰੀਹਰ ਹੋ ਜਾਂਦਾ ਹੈ। ਇਸ ਵਜ੍ਹਾ ਨਾਲ ਮਾਇਆ ਸਾਰਿਆਂ ਨੂੰ ਮਾਰਨਾ ਕਰਦੀ ਹੈ। ਇਹ ਜੀਵ ਪ੍ਰਾਣਾਂ ਨਾਲੋਂ ਵੀ ਮਾਇਆ ਨੂੰ ਪਿਆਰੀ ਸਮਝਦਾ ਹੈ ਅਤੇ ਮਨ ਵਾ ਮਾਣ ਨਾਲੋਂ ਵੀ ਮਾਇਆ ਨੂੰ ਚੰਗਾ ਜਾਣਦਾ ਹੈ। ਹਰ ਵੇਲੇ ਮਾਇਆ ਦੇ ਮੱਗ ਜੋ ਹੁਣ ਕਹੀਏ ਰਸਤੇ ਨੂੰ ਦੇਖਦਾ ਰਹਿੰਦਾ ਹੈ ਕਿ ਕੋਈ ਆ ਕੇ ਦਾਨ ਦੇ ਜਾਵੇ ਅਤੇ ਚਿੱਤਹੀਤ ਪ੍ਰੇਮ ਨੂੰ ਦੇ ਕੇ ਮਾਇਆ ਨੂੰ ਲੈ ਕੇ ਪਾਰੀ ਲੈ ਪਾਰੀ ਦਾ ਮਤਲਬ ਪਾਲਣਾ ਭਾਵ ਇਕੱਤਰ ਕੀਤਾ ਹੈ। ਸਾਜਣ ਸੈਨ ਮੀਤ ਸੁਤ ਭਾਈ, ਤਾਹੂ ਤੇਲੇ ਰਖੀ ਨਿਰਾਰੀ। ਸਾਜਨ ਸੱਜਣਾ ਸੈਨ ਸਾਥੀਆਂ, ਮੀਤ ਮਿੱਤਰਾਂ, ਸੁੱਤ ਪੁੱਤਰਾਂ, ਭਾਈ ਭਰਾਵਾਂ, ਇਹਨਾਂ ਸਾਰਿਆਂ ਪਾਸੋਂ ਲੁਕਾ ਕੇ ਮਾਇਆ ਲੈ ਕੇ ਨਿਗਰੀ ਕਹੀਏ ਵੱਖਰੀ ਹੀ ਰੱਖਣਾ ਕੀਤੀ ਹੈ। ਧਾਵਨ ਪਾਵਨ ਕੂਰ ਕਮਾਵਨ, ਇਹ ਬਿਦ ਕਰਤ ਔਦ ਤਨ ਜਾਰੀ। ਮਾਇਆ ਦੇ ਪਾਉਣ ਵਾਸਤੇ ਦੇਸਾਂ ਪ੍ਰਦੇਸਾਂ ਵਿਖੇ ਧਾਵਨ ਕਹੀਏ ਦੌੜਦੇ ਹਨ ਅਤੇ ਕਰੂਰ ਕਮਾਵਨ ਝੂਠ ਬੋਲਦੇ ਹਨ। ਇਹ ਰੀਤੀ ਕਰਦਿਆਂ ਹੋਇਆਂ ਆਪਣੇ ਸਰੀਰ ਦੀ ਔਦ ਕਹੀਏ ਉਮਰ ਨਿਫਲ ਹੀ ਸਾਰੀ ਜਾਰੀ ਕਹੀਏ ਗਵਾ ਲਈ ਹੈ। ਕਰਮ ਧਰਮ ਸੰਜਮ ਸੋਚ ਨੇਮਾ, ਚੰਚਲ ਸੰਗ ਸਗਲ ਬਿਦਹਾਰੀ। ਸ਼ੁਭ ਕਰਮ ਕਰਕੇ ਸਵੈ ਧਰਮ ਧਾਰਮਾ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਸੁੱਚ ਪਵਿੱਤਰਤਾ ਦੇ ਸਹਿਤ ਰਹਿਣਾ, ਨੇਮਾ ਕਹੀਏ ਜਮ ਨਿਯਮ ਆਦਿਕਾਂ ਸਾਧਨਾ ਦਾ ਕਰਨਾ, ਇਤਿਆਦਿਕ ਸਾਰੀਆਂ ਵਿਧੀਆਂ ਚੰਚਲ ਕਹੀਏ ਮਾਇਆ ਦੇ ਨਾਲ ਮਿਲ ਕੇ ਇਹਨਾਂ ਜੀਵਾਂ ਨੇ ਹਾਰ ਦਿੱਤੀਆਂ ਹਨ। ਇਸ ਕਰਕੇ ਪਸ ਪੰਖੀ ਬਿਰਖ ਅਸਥਾਵਰ, ਬਹੁ-ਬਿਧ ਜੋਨ ਭ੍ਰਮਿਓ ਅਤ ਭਾਰੀ। ਪਸ਼ੂ ਪੰਛੀ ਬ੍ਰਿਛ ਅਸਥਾਵਰ ਕਹੀਏ ਪਹਾੜੇ ਦੇ ਆਦਿਕ, ਬਹੁ-ਬਿਧ ਕਹੀਏ ਬਹੁ ਪ੍ਰਕਾਰ ਦੀਆਂ ਦੁਨੀਆ ਵਿੱਚ ਭ੍ਰਮਿਓ ਕਹੀਏ ਫਿਰਦੇ ਹੋਏ ਬੜੇ ਦੁੱਖਾਂ ਨੂੰ ਭੋਗਦੇ ਹਨ। ਖੇਨ ਪਲ ਚਸਾ ਨਾਮ ਨਹੀਂ ਸਿਮਰਿਓ, ਦੀਨਾ ਨਾਥ ਪ੍ਰਾਨਪਤ ਸਾਰੀ। ਸਾਰੀ ਉਮਰ ਵਿੱਚ ਪਲ ਦਾ ਖਿਨ ਮਾਤਰ ਅਤੇ ਇੱਕ ਚਸਾ ਭਰ ਇਹਨਾਂ ਜੀਵਾਂ ਨੇ ਦੀਨਾਨਾਥ ਕਹੀਏ ਗਰੀਬਾਂ ਦੇ ਸੁਆਮੀ ਤੇ ਪ੍ਰਾਣਾਂ ਦੇ ਪਤੀ ਮਾਲਕ ਪ੍ਰਭੂ ਦੇ ਨਾਮ ਨੂੰ ਸਿਮਰਨਾ ਨਹੀਂ ਕੀਤਾ। ਖਾਨ ਪਾਨ ਮੀਠ ਰਸ ਭੋਜਨ, ਅੰਤ ਕੀ ਬਾਰ ਹੋਤ ਕਤ ਖਾਰੀ। ਇਹ ਜੀਵ ਰਸਾਦਿਕ ਮਿੱਠੇ ਭੋਜਨਾਂ ਦੇ ਖਾਣ ਪੀਣ ਵਿੱਚ ਲੱਗੇ ਰਹੇ ਹਨ, ਪਰ ਇਹ ਨਹੀਂ ਵਿਚਾਰਦੇ ਕਿ ਅੰਤ ਕੀ ਬਾਰ ਕਹੀਏ ਅੰਤ ਸਮੇਂ ਇਹਨਾਂ ਪਦਾਰਥਾਂ ਨੇ ਮੇਰੇ ਪਾਸ ਹੋਰ ਕਤ ਖਾਰੀ ਕਹੀਏ ਕਦ ਖੜਿਆ ਹੋਣਾ ਹੈ। ਖਾਨ ਮੰਦਰਾਂ ਵਿੱਚ ਬੈਠੇ ਹੋਏ ਪਾਨਾਂ ਦੇ ਪੀੜੇ ਚੱਬਦੇ ਹਨ ਤੇ ਮਿੱਠੇ ਰਸਾਦਿਕ ਭੋਜਨਾਂ ਨੂੰ ਖਾਂਦੇ ਹਨ, ਪਰ ਇਹ ਨਹੀਂ ਵਿਚਾਰਦੇ ਕਿ ਇਹਨਾਂ ਦੇ ਸੰਬੰਧ ਕਰਕੇ ਅੰਤ ਨੂੰ ਮੈਨੂੰ ਹੋਰ ਕਤ ਖਾਰੀ ਕਹੀਏ ਕਿਤਨਾ ਕੁ ਦੁੱਖ ਪ੍ਰਾਪਤ ਹੋਣਾ ਹੈ। ਨਾਨਕ ਸੰਤ ਚਰਨ ਸੰਗ ਉਦਰੇ, ਹੋਰ ਮਾਇਆ ਮਗਨ ਚਲੇ ਸਭ ਡਾਰੀ। ਸਤਿਗੁਰ ਦੇਵ ਜੀ ਕਥਨ ਕਰਦੇ ਹਨ, ਜਿਹੜੇ ਮਨੁੱਖ ਸੰਤਾਂ ਦੇ ਚਰਨਾਂ ਨਾਲ ਲੱਗੇ ਹਨ ਉਹ ਤਾਂ ਸੰਸਾਰ ਸਾਗਰ ਤੋਂ ਤਰ ਗਏ ਹਨ। ਹੋਰ ਜਿਹੜੇ ਮਨੁੱਖ ਮਾਇਆ ਵਿੱਚ ਮਸਤ ਹਨ ਉਹ ਆਪਣਾ ਸਭ ਕੁਝ ਡਾਰੀ ਕਹੀਏ ਗਵਾ ਕੇ ਸੰਸਾਰ ਤੋਂ ਖਾਲੀ ਹੱਥ ਪਰਲੋਕ ਵਿੱਚ ਚਲੇ ਗਏ ਹਨ। ਬ੍ਰਹਮਾਦਿਕ ਸਿਵ ਛੰਦ ਮੁਨੀਸੁਰ, ਰਸਕ ਰਸਕ ਠਾਕੁਰ ਗੁਣ ਗਾਵਤ। ਬ੍ਰਹਮਾ ਜੀ ਤੋਂ ਆਦ ਲੈ ਕੇ ਵਿਸ਼ਨੂੰ ਤੇ ਸ਼ਿਵ ਅਤੇ ਬੜੇ ਬੜੇ ਮਨੀਸ਼ਰ ਕਹੀਏ ਮਹਾਤਮਾ ਰਸਕ ਤਦਾਕਾਰ ਹੋ ਕੇ ਸਾਰੇ ਹੀ ਠਾਕਰ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਅਥਵਾ ਬ੍ਰਹਮਾ ਜੀ ਤੋਂ ਆਦ ਵਿਸ਼ਨੂੰ ਅਤੇ ਸ਼ਿਵ ਜੀ ਇਹ ਰਸਕ ਕਹੀਏ ਤਦਾਕਾਰ ਹੋ ਕੇ ਠਾਕਰ ਦੇ ਗੁਣਾਂ ਨੂੰ ਗਾਉਂਦੇ ਹਨ ਅਤੇ ਵਿਸਾਸ ਵਸਿਸ਼ਟ ਵਿਆਸ ਵਸਿਸ਼ਟ ਆਦਿਕ ਬੜੇ ਬੜੇ ਮਨੀਸ਼ਰ ਵੀ ਰਸ ਕਹੀਏ ਤਦਾਕਾਰ ਹੋ ਕੇ ਠਾਕਰ ਦੇ ਗੁਣਾਂ ਨੂੰ ਗਾਉਂਦੇ ਹਨ। ਇੰਦਰ ਮਨਿੰਦਰ ਖੋਜਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ। 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਹੈ। ਮਨਿੰਦਰ ਕਹੀਏ ਮੁਨੀਆਂ ਦੇ ਬੜੇ ਬੜੇ ਮੁਨੀ, ਵਿਆਸ ਸੁਖਦੇਵ ਜੀ ਆਦਿਕ ਅਤੇ ਗੋਰਖਨਾਥ ਜੀ ਇਤਿਆਦਿਕ ਸਾਰੇ ਹੀ ਉਸ ਪਰਮਾਤਮਾ ਨੂੰ ਖੋਜਦੇ ਹੋਏ
ਧਰਤੀ ਔਰ ਆਕਾਸ਼ ਵਿਖੇ ਆਉਂਦੇ ਤੇ ਧਾਵਤ ਕਹੀਏ ਚਲੇ ਜਾਂਦੇ ਹਨ। ਸਿੱਧ ਮਨੁੱਖ ਦੇਵ ਅਰ ਦਾਨਵ, ਇੱਕ ਤਿਲ ਤਾਕੋ ਮਰਮ ਨ ਪਾਵਤ। 84 ਸਿੱਧ ਮਨੁੱਖਤਾ ਤੇ ਦੇਵਤਾ ਦੈਂਤ ਇਹ ਸਾਰੇ ਇਕੱਠੇ ਹੋ ਕੇ ਉਸ ਦਾ ਜਸ ਗਾਉਂਦੇ ਤਾਂ ਹਨ, ਪਰ ਇੱਕ ਤਿਲ ਜਿੰਨਾ ਵੀ ਤਿਸ ਪਰਮਾਤਮਾ ਦਾ ਮਰਮ ਕਹੀਏ ਭੇਦ ਨਹੀਂ ਪਾਉਂਦੇ। ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨਤਾ ਕਾ ਦਰਸ ਸਮਾਵਤ। ਜਿਸ ਪਿਆਰੇ ਪ੍ਰਭੂ ਪਰਮਾਤਮਾ ਦੀ ਪ੍ਰੇਮਾ ਭਗਤੀ ਵਿਖੇ ਪ੍ਰੀਤੀ ਹੈ, ਹਰੀ ਨਾਮ ਦਾ ਚਿੰਤਨ ਕਰਨ ਵਾਲੇ ਗੁਰਮੁਖ ਮਹਾਤਮਾ ਜਾਸ ਰਾਸ ਗਏ ਪ੍ਰੇਤਮ ਪ੍ਰੇਮ ਸਹਿਤ, ਤਾਂ ਕਿ ਦਰਸ ਸਮਾਵਤ ਉਸ ਪਰਮਾਤਮਾ ਦੇ ਸਰੂਪ ਵਿਖੇ ਸਮਾਏ ਹਨ। ਪ੍ਰੈ ਪ੍ਰਭੂ ਪਿਆਰੇ ਪ੍ਰਭੂ ਵਿਖੇ ਜਿਨ੍ਹਾਂ ਨੇ ਮਨ ਕਰਕੇ ਪ੍ਰੀਤੀ ਕੀਤੀ ਹੈ, ਤਨ ਕਰਕੇ ਪ੍ਰੇਮ ਕੀਤਾ ਹੈ, ਬਾਣੀ ਕਰਕੇ ਰਸ ਭਗਤੀ ਪ੍ਰੇਮਾ ਭਗਤੀ ਕੀਤੀ ਹੈ, ਉਹ ਹਰੀ ਦੇ ਪਿਆਰੇ ਜਨ ਉਸ ਹਰੀ ਦੇ ਦਰਸ਼ ਕਹੀਏ ਸਰੂਪ ਵਿਖੇ ਸਮਾਏ ਹਨ। ਪ੍ਰੈ ਪ੍ਰਭ ਪਿਆਰੇ ਪ੍ਰਭੂ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਦੇ ਚਰਨਾਂ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪ੍ਰੀਤੀ ਕੀਤੀ ਹੈ, ਔਰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਪ੍ਰੇਮਾ ਭਗਤੀ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਹੈ, ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਸ ਪ੍ਰੇਮ ਕੀਤਾ ਹੈ। ਹਰੀ ਦੇ ਗੁਰਮੁਖ ਜਨ ਅਤੇ ਚਰਸ ਕਹੀਏ ਦਰਸ ਉਸ ਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਵਿਖੇ ਸਮਾਏ ਹਨ। ਤਿਸਹਿ ਤਿਆਗ ਆਨ ਕਉ ਜਾਚਹਿ, ਮੁਖ ਦੰਤਰ ਸਨ ਸਗਲ ਘਸ ਜਾਵਤ। ਤਿਸ ਕਹੀਏ ਸ੍ਰੀ ਸਤਿਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਨੂੰ ਤਿਆਗ ਕੇ ਛੱਡ ਕੇ ਜੋ ਮਨੁੱਖ ਆਣ ਕੋ ਜਾਚੈ ਕਹੀਏ ਹੋਰਨਾਂ ਪਾਸੋਂ ਜਾ ਕੇ ਮੰਗਦੇ ਹਨ, ਉਸ ਦੇ ਮੂੰਹ ਦੰਦ ਜੀਵ ਆਦਿਕ ਸਭ ਇੰਦਰੀਏ ਮੰਗਦਿਆਂ ਘਸ ਜਾਂਦੇ ਹਨ, ਪਰ ਉਹਨਾਂ ਨੂੰ ਮਿਲਦਾ ਕੁਝ ਨਹੀਂ ਹੈ। ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੇ ਸਮਝਾਵਤ। ਸਤਿਗੁਰੂ ਦੇਵ ਜੀ ਕਥਨ ਕਰਦੇ ਹਨ ਕਿ ਹੇ ਮੂਰਖ ਮਨ, ਅਸੀਂ ਤੈਨੂੰ ਸਮਝਾਉਂਦੇ ਹਾਂ, ਤੂੰ ਦਾਸਾ ਭਾਵ ਦੇ ਸਹਿਤ ਹੋ ਕੇ ਸੁਖ ਦਾਤੇ ਪਰਮਾਤਮਾ ਦੇ ਨਾਮਾਂ ਨੂੰ ਸਿਮਰਨਾ ਕਰ। ਮਾਇਆ ਰੰਗ ਬੇਰੰਗ ਕਰਤ ਭ੍ਰਮ, ਮੋਹ ਕਾ ਕੂਪ ਗੁਬਾਰ ਭਰਿਓ ਹੈ। ਮਾਇਆ ਦਾ ਰੰਗ ਆਨੰਦ ਇਸ ਜੀਵ ਨੂੰ ਪਰਮੇਸ਼ਰ ਦੇ ਬੇਕਈਏ ਰੰਗ ਪ੍ਰੇਮ ਤੋਂ ਰਹਿਤ ਕਰਨ ਵਾਲਾ ਹੈ, ਅਥਵਾ ਮਾਇਆ ਦਾ ਰੰਗ ਪ੍ਰੇਮ ਇਸ ਜੀਵ ਨੂੰ ਬਰੰਗ ਕਹੀਏ ਬਿਹਾਲ ਕਰਨ ਵਾਲਾ ਹੈ। ਇਹ ਜੀਵ ਭ੍ਰਮ ਕਰਕੇ ਮੋਹ ਰੂਪ ਗੁਵਾਰ ਕੂਪ ਕਹੀਏ ਅੰਨੇ ਖੂਹ ਵਿੱਚ ਪੈ ਰਿਹਾ ਹੈ। ਏਤਾ ਗਬ ਆਕਾਸ ਨ ਮਾਵਤ, ਬਿਸਟਾ ਅਸਤ ਕ੍ਰੇਮ ਉਦਰ ਭਰਿਓ ਹੈ। ਇਹ ਜੀਵ ਇਤਨਾ ਹੰਕਾਰ ਕਰਦਾ ਹੈ ਕਿ ਆਕਾਸ਼ ਵਿਖੇ ਵੀ ਨਹੀਂ ਮਾਵ ਕਹੀਏ ਸਮਾਵਦਾ। ਜਿਵੇਂ ਹਰਨਾਕਸ਼ ਨੇ ਵਰ ਪ੍ਰਾਪਤ ਕਰਕੇ ਸਭਨਾ ਦੇਵੀ ਦੇਵਤਿਆਂ ਨੂੰ ਵਿਸ਼ਨੂੰ ਬ੍ਰਹਮਾ ਸ਼ਿਵ ਜੀ ਆਦਿਕ ਵਿਖੇ ਭੜਥੂ ਪਾ ਕੇ ਵਿਸ਼ਨਪੁਰੀ ਚੋਂ ਵਿਸ਼ਨੂੰ ਨੂੰ ਭਜਾ ਕੇ ਥਲਾਂ ਆਕਾਸ਼ਾਂ ਜਲਾਂ ਅਤੇ ਆਤਮਾ ਆਪਣਾ ਆਪ ਜਪਾਣਾ ਕੀਤਾ। ਜਲੇ ਹਰਨਾਕਸ਼ ਥਲੇ ਹਰਨਾਕਸ਼ ਹੈ ਪੀ ਹਰਨਾਕਸ਼ ਹੋਸੀ ਭੀ ਹਰਨਾਕਸ਼। ਜਿਵੇਂ ਰਾਵਣ ਨੂੰ ਬ੍ਰਹਮ ਲੋਕ ਵਿੱਚ ਜਾ ਕੇ ਭੜਥੂ ਪਾ ਦਿੱਤਾ ਸੀ, ਪਰ ਇਹ ਨਹੀਂ ਸਮਝਦਾ ਕਿ ਮੇਰਾ ਉਦਰ ਕਹੀਏ ਪੇਟ ਆਦ ਸਾਰਾ ਸਰੀਰ ਵਿਸਟਾ ਕਹੀਏ ਗੰਦਗੀ ਅਸਵ ਹੱਡੀਆਂ ਅਤੇ ਕ੍ਰਿਮ ਕੀੜਿਆਂ ਆਦਿਕਾਂ ਕਰਕੇ ਭਰਿਆ ਹੋਇਆ ਹੈ। ਜਹ ਦਿਸ ਧਾਏ ਮਹਾ ਵਿਖਿਆ ਕਉ, ਪਰ ਧਨ ਸ਼ੀਨ ਅਗਿਆਨ ਹਰਿਓ ਹੈ। ਵਿਖਿਆ ਕੋ ਕਹੀਏ ਮਾਇਆ ਦੇ ਪਾਵਣੇ ਨੂੰ ਦਸੋਂ ਹੀ ਦਿਸ਼ਾ ਵਿਖੇ ਮਹਾ ਧਾਏ ਬਹੁਤ ਦੌੜਦਾ ਹੈ, ਅਤੇ ਅਗਿਆਨ ਦਾ ਹਰਿਓ ਕਹੀਏ ਠੱਗਿਆ ਹੋਇਆ ਪਰ ਧਨ ਪਰਾਏ ਧਨ ਨੂੰ ਛੀਨ ਕੇ ਖੋਹ ਕੇ ਆਪਣੇ ਘਰ ਵਿਖੇ ਲਿਆਉਣਾ ਕਰਦਾ ਹੈ। ਜੋ ਬਨ ਬੀਤ ਜਰਾ ਰੋਗ ਗਰਸਿਓ, ਜਮ ਦੂਤਨ ਡਨ ਮਿਰਤ ਮਰਿਓ ਹੈ। ਜੋਬਨ ਕਹੀਏ ਜਵਾਨੀ ਦੇ ਬੀਤਨੇ ਕਰਕੇ ਜਰਾ ਬਿਰਧ ਅਵਸਥਾ ਰੂਪੀ ਰੋਗ ਨੇ ਇਸ ਨੂੰ ਗ੍ਰਸ ਲਿਆ ਹੈ। ਮਿਰਤ ਮਰਿਓ ਹੈ, ਮੌਤ ਦਾ ਮਾਰਿਆ ਹੋਇਆ ਇਹ ਜੀਵ ਜਮਦੂਤਾਂ ਨਾਲ ਜਾ ਕੇ ਧਰਮਰਾਜ ਦੀ ਕਚਹਿਰੀ ਵਿਖੇ ਡੰਨ ਭਰਦਾ ਹੈ, ਅਥਵਾ ਮਿਰਤ ਮਰਨ ਸਮੇਂ ਜਮਦੂਤ ਦੇ ਵਿੱਚ ਇਸ ਨੂੰ ਖੂਬ ਭੰਨ ਮਾਰਿਓ ਹੈ, ਡੰਡਿਆਂ ਨਾਲ ਮਾਰਦੇ ਹਨ। ਅਨਕ ਜੋਨ ਸੰਕਟ ਨਰਕ ਪੁੰਚਤ, ਸਾਸਨ ਦੁਖ ਗਰਤ ਗਰਿਓ ਹੈ। ਫਿਰ ਅਨੇਕ ਪ੍ਰਕਾਰ ਦੀਆਂ
ਜੂਨੀਆਂ ਰੂਪ ਨਰਕਾਂ ਦੇ ਸੰਕਟ ਕਹੀਏ ਦੁੱਖਾਂ ਨੂੰ ਭੁੰਚਿਤ ਭੋਗਦਾ ਹੈ। ਅਨੇਕਾਂ ਜੂਨੀਆਂ ਦੇ ਦੁੱਖਾਂ ਨੂੰ ਅਤੇ ਨਰਕਾਂ ਦੇ ਦੁੱਖਾਂ ਨੂੰ ਭੋਗਦਾ ਹੈ। ਫਿਰ ਜਮਦੂਤਾਂ ਦੀ ਸਾਸਨ ਕਹੀਏ ਤਾੜਤਾ ਨੂੰ ਸੁਹਾਰਦਾ ਹੋਇਆ ਦੁੱਖਾਂ ਰੂਪ ਰਹਿਤ ਗਰਤ ਕਹੀਏ ਟੋਏ ਵਿੱਚ ਗਿਰਿਆ ਹੋਇਆ ਹੈ, ਗਲਦਾ ਹੈ। ਦੁੱਖਾਂ ਦਾ ਟੋਇਆ ਜੋ ਮਾਤਾ ਦਾ ਉਦਰ ਹੈ ਉਸ ਵਿਖੇ ਪੈ ਕੇ ਗਲਦਾ ਹੈ। ਪ੍ਰੇਮ ਭਗਤ ਉਦਰਹਿ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਸਤਿਗੁਰ ਦੇਵ ਜੀ ਕਥਨ ਕਰਦੇ ਹਨ, ਜੋ ਸੰਤ ਪ੍ਰੇਮਾ ਭਗਤੀ ਕਰਦੇ ਹਨ ਉਹੀ ਸੰਸਾਰ ਸਾਗਰ ਤੋਂ ਉਧਰ ਕਹੀਏ ਤਰ ਗਏ ਹਨ। ਉਹਨਾਂ ਸੰਤਾਂ ਨੂੰ ਪ੍ਰਭੂ ਨੇ ਕਿਰਪਾ ਕਰਕੇ ਆਪ ਕਰਿਓ ਹੈ, ਆਪਣਾ ਰੂਪ ਹੀ ਕਰ ਲਿਆ ਹੈ। ਹੁਣ ਸਮੂਹ ਫਲ ਸਗਲ ਮਨੋਰਥ, ਪੂਰਨ ਹੋਈ ਆਸ ਹਮਾਰੀ। ਹਰੀ ਨਾਮ ਦੇ ਉਚਾਰਨ ਕਰਕੇ ਸਤ ਸੰਤੋਖ ਧੀਰਜ ਧਰਮ ਵਿਚਾਰ ਆਦਿਕ ਸਮੂਹ ਗੁਣ ਪ੍ਰਾਪਤ ਹੋਏ ਹਨ। ਧਰਮ ਅਰਥ ਕਾਮ ਮੋਕਸ਼ ਰੂਪ ਸਾਰੇ ਫਲ ਅਤੇ ਮਨ ਦੇ ਸਾਰੇ ਮਨੋਰਥ ਪ੍ਰਾਪਤ ਹੋਏ ਹਨ। ਫਿਰ ਸਾਡੇ ਮਨ ਦੀ ਆਸਾ ਪੂਰਨ ਹੋਈ ਹੈ। ਔਖਦ ਮੰਤਰ ਤੰਤਰ ਪਰ ਦੁਖ ਹਰ, ਸਰਬ ਰੋਗ ਖੰਡਨ ਗੁਣਕਾਰੀ। ਫਿਰ ਵਾਹਿਗੁਰੂ ਦਾ ਨਾਮ ਐਸਾ ਗੁਣਕਾਰੀ ਕਹੀਏ ਲਾਭਦਾਇਕ ਹੈ, ਜੋ ਸਾਰਿਆਂ ਰੋਗਾਂ ਦੇ ਖੰਡਨ ਕਹੀਏ ਨਾਸ ਕਰਨ ਨੂੰ ਔਖਦ ਕਹੀਏ ਦਵਾਈ ਰੂਪ ਹੈ, ਅਤੇ ਪਰ ਦੁੱਖ ਹਰ ਭਲੀ ਪ੍ਰਕਾਰ ਦੁੱਖਾਂ ਦੇ ਨਾਸ ਕਰਨ ਨੂੰ ਸਮਰੱਥ ਹੈ। ਕਾਮਾਦਿਕਾ ਰੂਪੀ ਸੱਪਾਂ ਦੀ ਵਿਸ਼ਿਆ ਰੂਪ ਇਹ ਦੇ ਵਿਹੋ ਦੇ ਦੂਰ ਕਰਨ ਨੂੰ ਮੰਤਰ ਰੂਪ ਹੈ, ਅਤੇ ਰਾਗ ਦਵੈਸ਼ ਰੂਪ ਫੋੜੇ ਫਿੰਸੀਆਂ ਦੇ ਦੂਰ ਕਰਨ ਨੂੰ ਪਰਮੇਸ਼ਰ ਦਾ ਨਾਮ ਤੰਤਰ ਰੂਪ ਹੈ। ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ, ਬਿਨ ਸਜਾਹਿ ਹਰ ਨਾਮ ਉਚਾਰੀ। ਹਰੀ ਨਾਮ ਦੇ ਉਚਾਰਨ ਕਰਨ ਤੇ ਕਾਮ ਕ੍ਰੋਧ ਮਦ ਹੰਕਾਰ ਮਤਸਰ ਈਰਖਾ ਅਤੇ ਮਾਇਆ ਦੀ ਤ੍ਰਿਸ਼ਨਾ ਆਦਿ ਸਾਰੀ ਆਸਰੀ ਸੰਪਦਾ ਬਿਨਸ ਜਾਂਦੀ ਹੈ। ਇਸਨਾਨ ਦਾਨ ਤਾਪਨ ਸੋਚ ਕਰਿਆ, ਚਰਨ ਕਮਲ ਹਿਰਦੈ ਪ੍ਰਭ ਧਾਰੀ। ਅਸਾਂ ਨੇ ਆਪਣੇ ਹਿਰਦੇ ਵਿਖੇ ਜੋ ਪ੍ਰਭੂ ਦੇ ਚਰਨ ਕਮਲਾਂ ਦੀ ਪ੍ਰੀਤੀ ਧਾਰੀ ਹੈ। ਇਹ ਸਾਡਾ ਤੀਰਥ ਇਸ਼ਨਾਨ ਕਰਨਾ ਹੈ। ਦਾਨ ਪੁੰਨ ਤਾਪਨ ਕਹੀਏ ਤਪ ਦਾ ਤਪਣਾ ਅਤੇ ਸੁੱਚ ਪਵਿੱਤਰਤਾ ਆਦਿ ਕਿਰਿਆ ਹੈ। ਜਿਨ੍ਹਾਂ ਨੇ ਪ੍ਰੀਤੀ ਪੂਰਵਕ ਪ੍ਰਭੂ ਦੇ ਚਰਨ ਕਮਲ ਹਿਰਦੇ ਵਿਖੇ ਧਾਰੇ ਹਨ, ਉਹਨਾਂ ਦੇ ਤੀਰਥ ਇਸ਼ਨਾਨ ਦਾਨ ਪੁੰਨ ਤਪ ਪਵਿੱਤਰਤਾ ਆਦਿ ਇਹ ਕਿਰਿਆ ਕੀਤੀਆਂ ਸਭ ਸਫਲੀਆਂ ਹਨ। ਸਾਜਨ ਮੀਤ ਸਖਾ ਹਰ ਬੰਦਪ, ਜੀ ਧਾਨ ਪ੍ਰਭ ਪ੍ਰਾਨ ਆਧਾਰੀ। ਮੇਰਾ ਸੱਜਣ ਇਸ ਲੋਕ ਦਾ ਮਿੱਤਰ ਪਰਲੋਕ ਅਤੇ ਸਖਾ ਬੰਧਪ ਕਹੀਏ ਪਿਆਰਾ ਸੰਬੰਧੀ ਸਹਾਇਕ ਇੱਕ ਹਰੀ ਹੀ ਹੈ, ਜੋ ਜੀਵਾਂ ਨੂੰ ਧਾਨ ਅੰਨ ਦੇਣ ਵਾਲਾ ਹੈ, ਜੋ ਜੀਵਾਂ ਕਰਕੇ ਧਾਨ ਧਿਆਣੇ ਧਿਆਵਣੇ ਯੋਗ ਹੈ। ਉਹੀ ਪ੍ਰਭੂ ਮੇਰੇ ਪ੍ਰਾਣਾਂ ਦਾ ਆਧਾਰੀ ਕਹੀਏ ਆਸਰਾ ਰੂਪ ਹੈ। ਕੋਟ ਕਹੀ ਸੁਆਮੀ ਸਮਰੱਥ ਹੈ, ਨਾਨਕ ਦਾਸ ਸਦਾ ਬਲਿਹਾਰੀ। ਗੁਰੂ ਜੀ ਕਥਨ ਕਰਦੇ ਹਨ, ਮੈਂ ਉਸ ਸਰਬ ਕਲਾ ਸਮਰੱਥ ਸੁਆਮੀ ਦੀ ਓਟ ਗ੍ਰਹਿਣ ਕੀਤੀ ਹੈ। ਫਿਰ ਮੈਂ ਦਾਸ ਉਸ ਨੂੰ ਪ੍ਰਭੂ ਤੋਂ ਸਦਾ ਬਲਿਹਾਰੀ ਕੁਰਬਾਨ ਜਾਂਦਾ ਹਾਂ। ਜਿਨ੍ਹਾਂ ਦਾਸਾਂ ਨੇ ਸਮਰੱਥ ਸੁਆਮੀ ਦੀ ਓਟ ਗ੍ਰਹਿਣ ਕੀਤੀ ਹੈ, ਉਹਨਾਂ ਦਾਸਾਂ ਤੋਂ ਮੈਂ ਸਦਾ ਬਲਿਹਾਰ ਕੁਰਾਨ ਜਾਂਦਾ ਹਾਂ। ਆਵਦ ਕਟਿਓ ਨ ਜਾਤ, ਪ੍ਰੇਮ ਰਸ ਚਰਨ ਕਮਲ ਸੰਗ। ਗੁਰੂ ਜੀ ਦੇ ਚਰਨ ਕਮਲਾਂ ਨਾਲ ਜੁੜ ਕੇ ਜਿਸ ਨੇ ਪ੍ਰੇਮ ਰਸ ਦੇ ਆਨੰਦ ਨੂੰ ਚਖਿਆ ਹੈ, ਉਹ ਮਨੁੱਖ ਪ੍ਰਤੱਖ ਆਬਦ ਕਹੀਏ ਸ਼ਾਸਤਰਾਂ ਕਰਕੇ ਨਹੀਂ ਕੱਟਿਆ ਜਾ ਸਕਦਾ। ਉਸ ਦਾ ਮਨ ਵਿਕਾਰਾਂ ਰੂਪੀ ਸ਼ਾਸਤਰਾਂ ਕਰਕੇ ਨਹੀਂ ਕੱਟਿਆ ਜਾ ਸਕਦਾ। ਪਾਵਨ ਬੰਦਿਓ ਨ ਜਾਤ, ਵਿਦੇ ਮਨ ਦਰਸ ਮਗ। ਜਿਸ ਦਾ ਮਨ ਪ੍ਰਭੂ ਦੇ ਦਰਸ਼ਨ ਕਰਾਉਣ ਵਾਲੇ ਭਗਤੀ ਰੂਪੀ ਮਗ ਕਹੀਏ ਰਸਤੇ ਵਿਖੇ ਵਿਦੇ ਕਹੀਏ ਤਦਾਕਾਰ ਹੋਇਆ ਹੈ, ਉਹ ਮਨੁੱਖ ਕਿਸੇ ਦਾਵਨ ਰੱਸੀ ਨਾਲ ਨਹੀਂ ਬੰਨ੍ਹਿਆ ਜਾ ਸਕਦਾ, ਮੋਹ ਰੂਪੀ ਰੱਸੀ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਪਾਵਕ ਜਰਿਓ ਨ ਜਾਤ, ਰਹਿਓ ਜਨ ਧੂੜ ਲਗ। ਜੋ ਸੰਤ ਜਨਾਂ ਦੀ ਪਵਿੱਤਰ ਚਰਨ ਧੂੜੀ ਨਾਲ ਲੱਗ ਰਿਹਾ ਹੈ, ਉਹ ਮਨੁੱਖ ਅਗਨੀ ਵਿਖੇ ਸਾੜਿਆ ਨਹੀਂ ਜਾ ਸਕਦਾ। ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਬਾ ਕਾਲ ਰੂਪ ਅਗਨੀ ਇਹਨਾਂ ਵਿਖੇ ਸੜਦਾ ਨਹੀਂ, ਬਾ ਅਗਨੀ ਨੂੰ ਸਾੜ ਨਹੀਂ ਸਕਦੀ। ਨੀਰ
ਨ ਸਾਕਸ ਬੋਰ ਚਲਹਿ ਹਰ ਪੰਥ ਪਗ। ਅਗਨੀ ਉਸ ਨੂੰ ਸਾੜ ਨਹੀਂ ਸਕਦੀ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਸਾਹਿਬ ਦੀਵਾਨ ਵਿਖੇ ਸੁਸ਼ੋਭਿਤ ਹਨ। ਢਾਡੀ ਜਨ 12 ਗਾ ਕੇ ਗੁਰੂ ਜਸ ਕਰ ਰਹੇ ਹਨ ਅਤੇ ਸੰਗਤਾਂ ਸਤਿਗੁਰਾਂ ਵਿਖੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਤੇ ਗੁਰੂ ਜਸ ਸੁਣ ਕੇ ਇੱਕ ਅਲੌਕਿਕ ਮਸਤੀ ਵਿਖੇ ਪਿੱਪਲ ਦੇ ਪੱਤੇ ਦੀ ਨਿਆਈ ਝੂਮ ਰਹੀਆਂ ਹਨ। ਇਤਨੇ ਨੂੰ ਇੱਕ ਸਿੱਖ ਵੀ ਆ ਪੁੱਜਾ ਤੇ ਸੰਗਤ ਦੇ ਇਕੱਠ ਨੂੰ ਚੀਰਦਾ ਹੋਇਆ ਸਤਿਗੁਰਾਂ ਪਾਸ ਪੁੱਜ ਕੇ ਡੰਡੌਤ ਬੰਦਨਾ ਕੀਤੀ, ਚਰਨਾਂ ਦੀ ਧੂੜੀ ਲੈ ਕੇ ਮਸਤਕ 'ਤੇ ਲਾਈ। ਅੱਗੇ ਕੀਮਤੀ ਦੁਸ਼ਾਲੇ ਰੱਖਦਿਆਂ ਪੁਨः ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਲੋਕ ਪ੍ਰਲੋਕ ਦੇ ਰੱਖਿਅਕ ਪਿਤਾ ਜੀਓ, ਇਸ ਤਰ੍ਹਾਂ ਦੇ 2 ਦੁਸ਼ਾਲੇ ਅੱਗੇ ਵੀ ਆਪ ਜੀ ਵਾਸਤੇ ਲਿਆ ਰਿਹਾ ਸੀ। ਪਤਾ ਨਹੀਂ ਕੀ ਖਾਣਾ ਭਾਣਾ ਵਰਤਿਆ। ਜੋ ਪੱਟੀ ਦੇ ਹਾਕਮਾਂ ਪਠਾਣਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਮੇਰੇ ਪਾਸੋਂ ਦੁਸ਼ਾਲੇ ਵੀ ਖੋਹ ਲਏ ਅਤੇ ਧਮਕਾਇਆ ਵੀ ਦਿੱਤਾ, ਧਮਕੀਆਂ ਵੀ ਦਿੱਤੀਆਂ। ਫਿਰ ਮੈਂ ਕਈ ਸੋਚਦਾ ਆਪ ਜੀ ਵੱਲ ਤੁਰ ਪਿਆ। ਥੋੜ੍ਹੀ ਦੂਰ ਆ ਕੇ ਸੰਕਲਪ ਹੋਇਆ ਕਿ ਸ਼ਹਿਨਸ਼ਾਹ ਦੇ ਦਸਤਾਰ ਵਿੱਚ ਖਾਲੀ ਹੱਥੀਂ ਕਿਵੇਂ ਜਾਵਾਂ, ਪਰਮੇਸ਼ਰ ਦੇ ਦਰਬਾਰ ਵਿੱਚ ਖਾਲੀ ਹੱਥੀਂ ਕਿਵੇਂ ਜਾਵਾਂ। ਇਸ ਕਰਕੇ ਫਿਰ ਮੈਂ ਵਾਪਸ ਆਪਣੇ ਵਤਨ ਚਲਾ ਗਿਆ। ਉੱਥੋਂ ਉਸੇ ਨਾਲ ਦੇ ਇਹ ਦੋਵੇਂ ਦੁਸ਼ਾਲੇ ਲੈ ਕੇ ਸ਼ਹਿਰੋਂ ਬਾਹਰ ਜੰਗਲੀ ਆਪ ਜੀ ਦੇ ਆਸਰੇ ਤੁਰ ਪਿਆ। ਆਪ ਜੀ ਨੇ ਬੜੀ ਕਿਰਪਾ ਕੀਤੀ ਜੋ ਸਹੀ ਸਲਾਮਤ ਆਪ ਜੀ ਦੇ ਚਰਨਾਂ ਵਿੱਚ ਪੁੱਜਾ ਹਾਂ। ਉਸ ਸਿੱਖ ਦੀ ਬੇਨਤੀ ਪਿਆਰ ਸਦਕ ਭਰੋਸਾ ਤੱਕ ਰਹੇ ਨਾ ਸਕੇ ਤੇ ਉਸੇ ਵੇਲੇ ਵਿਧੀ ਚੰਦ ਨੂੰ ਬੁਲਾ ਭੇਜਿਆ। ਹੁਕਮ ਸੁਣਦਿਆਂ ਸਾਰ ਭਾਈ ਵਿਧੀ ਚੰਦ ਸਤਿਗੁਰਾਂ ਦੇ ਚਰਨਾਂ ਵਿਖੇ ਹਾਜ਼ਰ ਹੋਇਆ। ਸਤਿਗੁਰਾਂ ਕਿਹਾ, ਹੇ ਭਾਈ ਗੁਰਸਿੱਖਾ, ਇਸ ਗੁਰੂ ਪਿਆਰੇ ਦੇ 2 ਦੁਸ਼ਾਲੇ ਇਸ ਦੇ ਨਾਲ ਦੇ ਪੱਟੀ ਦੇ ਰਾਣੇ ਨੇ ਖੋਹ ਲਏ ਹਨ, ਉਹ ਲਿਆਉਣੇ ਹਨ। ਵਿਧੀ ਚੰਦ ਨੇ ਕਿਹਾ, ਸੱਚੇ ਪਾਤਸ਼ਾਹ ਜੀ, ਜਿਵੇਂ ਆਪ ਜੀ ਦਾ ਹੁਕਮ ਹੋਵੇ। ਇਹ ਗੱਲ ਕਹਿ ਕੇ ਉਸੇ ਵੇਲੇ ਤੁਰ ਪਿਆ। ਸ਼ਹਿਰ ਪੱਟੀ ਦੇ ਪਾਸ ਪੁੱਜ ਕੇ ਪਠਾਣੀਆਂ ਦਾਸੀਆਂ ਵਰਗੇ ਕੱਪੜੇ ਲੈ ਲਏ। ਉਹਨਾਂ ਨੂੰ ਪਹਿਰ ਕੇ ਸਿਰ ਮੂੰਹ ਮੁਸਲਮਾਨੀਆਂ ਵਾਂਗੂ ਕੱਜ ਲਿਆ, ਢੱਕ ਲਿਆ। ਸਿਰਫ 2 ਅੱਖਾਂ ਹੀ ਨੰਗੀਆਂ ਰੱਖੀਆਂ ਅਤੇ ਕਿਰਪਾਨ ਅੰਦਰ ਹੀ ਲੁਕਾ ਲਈ। ਇਸ ਤਰ੍ਹਾਂ ਇਸਤਰੀਆਂ ਵਾਲਾ ਭੇਖ ਬਣਾ ਕੇ ਰਾਜ ਮਹਿਲਾਂ ਵਿਖੇ ਪ੍ਰਵੇਸ਼ ਕਰ ਲਿਆ ਜਾ ਗਿਆ ਅਤੇ ਦੇਵਨੀਤ ਨਾਲ ਰਾਜ ਮਹਿਲਾਂ ਵਿਖੇ ਪਟਰਾਣੀਆਂ ਤੇ ਦਾਸੀਆਂ ਹੀ ਸਨ। ਅੰਦਰ ਜਾ ਕੇ ਤਲਵਾਰ ਕੱਢ ਲਈ ਤੇ ਧਮਕਾ ਕੇ ਕਿਹਾ, ਜੋ ਨਵੇਂ ਦੁਸ਼ਾਲੇ ਆਏ ਹਨ ਉਹ ਕਿੱਥੇ ਹਨ, ਜਲਦੀ ਹਾਜ਼ਰ ਕਰੋ। ਉਸ ਵੇਲੇ ਤਾਂ ਉਹਨਾਂ ਮੌਤ ਦੇ ਭੈ ਕਰਕੇ ਦੇ ਦਿੱਤੇ, ਪਰ ਜਿਸ ਵੇਲੇ ਭਾਈ ਵਿਧੀ ਚੰਦ ਜੀ ਰਾਜ ਮਹਿਲਾਂ ਤੋਂ ਬਾਹਰ ਨਿਕਲੇ ਤਾਂ ਸਭਨਾਂ ਨੇ ਰੌਲਾ ਪਾ ਦਿੱਤਾ, ਜਿਸ 'ਤੇ ਪੱਟੀ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ। ਇੱਧਰ ਭਾਈ ਵਿਧੀ ਚੰਦ ਜੀ ਆਪਣੇ ਬਚਾਅ ਦਾ ਉਪਰਾਲਾ ਸੋਚਦੇ ਛੇਤੀ ਕਦਮ ਚੁੱਕਦੇ ਜਾ ਰਹੇ ਸਨ। ਉਹਨਾਂ ਖਤਰਾ ਜਿਆਦਾ ਮਹਿਸੂਸ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰਦੇ ਇੱਕ ਬਲਦੇ ਭੱਠੇ ਵਿੱਚ ਪ੍ਰਵੇਸ਼ ਕਰ ਗਏ, ਜਿੱਥੇ ਹੁਣ ਭੱਠ ਸਾਹਿਬ ਗੁਰਦੁਆਰਾ ਬਣਿਆ। ਉੱਧਰ ਸਿਪਾਹੀ ਵੀ ਖੁਰਾ ਕੱਢਦੇ ਉਸ ਭੱਠੇ ਦੇ ਆਲੇ ਦੁਆਲੇ ਦੇਖ ਕੇ ਚਲੇ ਗਏ ਅਤੇ ਪਰ ਭਾਤੀ ਤਾਤੀ ਵਾਵਨ ਲੱਗੀ ਪਾਰ ਬਹਿ ਸਰਨਾਈ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਭਾਈ। ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸ਼ਬਦ ਪੜ੍ਹਦੇ ਸਤਿਗੁਰਾਂ ਦਾ ਧਿਆਨ ਧਾਰੀ ਭਾਈ ਵਿਧੀ ਚੰਦ ਜੀ ਬਲਦੇ ਭੱਠੇ ਵਿੱਚ ਬੈਠੇ ਹਨ। ਉਸ ਸਮੇਂ ਇੱਧਰ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੜਾ ਭਾਰੀ ਦੀਵਾਨ ਲਗਾਈ ਸਿੱਖ ਸੰਗਤਾਂ ਵਿਖੇ ਸੁਜੋਤ ਸਨ। ਸਿੱਖ ਦੀਆਂ ਤਾਰਾਂ ਖੜਕਣ 'ਤੇ ਹੀ ਸਿੱਖਾਂ ਨੂੰ ਲਲਕਾਰ ਕੇ ਕਿਹਾ, ਛੇਤੀ ਪਾਣੀ ਦੀਆਂ ਗਾਗਰਾਂ ਲਿਆਓ। ਬਸ ਫਿਰ ਕੀ ਸੀ, ਦੀਵਾਨ ਦੀ ਸਾਰੀ ਕਾਰਵਾਈ ਵਿੱਚੋਂ ਰਹਿ ਗਈ। ਜਿਸ ਕਿਸੇ ਦੇ ਵੀ ਜੋ ਵੀ ਹੱਥ ਆਇਆ ਫੜ ਸਰੋਵਰ ਵੱਲ ਦੌੜ ਉੱਠਿਆ। ਸਤਿਗੁਰਾਂ ਦੇ ਹੁਕਮ ਅਨੁਸਾਰ ਪਾਣੀ ਲਿਆ ਕੇ ਸਤਿਗੁਰਾਂ ਉੱਪਰ ਪਾਣੀ ਪਾਈ ਗਏ।
ਇਤਨਾ ਜਲ ਪਵਾਇਆ ਜੋ ਸਾਰੇ ਦੀਵਾਨ ਸਥਾਨ ਤੇ ਪਾਣੀ ਹੀ ਪਾਣੀ ਹੋ ਗਿਆ। ਸਤਿਗੁਰਾਂ ਦੀਆਂ ਅਪਾਰ ਮੇਰਾਂ ਬਖਸ਼ਿਸ਼ਾਂ ਦਾ ਸਦਕਾ ਭਾਈ ਬਿਧੀ ਚੰਦ ਜੀ ਉੱਪਰ ਬੱਦਲਾਂ ਨੇ ਮੀਂਹ ਦੀ ਭਰਮਾਰ ਲਾ ਦਿੱਤੀ। ਪਲਾਂ ਵਿੱਚ ਭੱਠ ਵਿਚਲੀ ਅੱਗ ਬੁਝ ਗਈ ਤੇ ਠੰਡ ਵਰਤ ਗਈ। ਸਤਿਗੁਰਾਂ ਦੀ ਕਿਰਪਾ ਕਰਕੇ ਭਾਈ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ ਤੇ ਅਗਨੀ ਦਾ ਸੇਕ ਤੱਕ ਨਹੀਂ ਲੱਗਾ। ਕੁਝ ਬੱਦਲਾਂ ਦੇ ਕਰਕੇ ਅਤੇ ਸ਼ਾਮਾਂ ਪੈ ਜਾਣ ਕਰਕੇ ਜਲਦੀ ਹਨੇਰਾ ਹੋ ਗਿਆ। ਕੋਈ ਅੱਧੀ ਰਾਤ ਵੇਲੇ ਭਾਈ ਬਿਧੀ ਚੰਦ ਜੀ ਸਤਿਗੁਰਾਂ ਦਾ ਜਸ ਕਰਦੇ, ਦੁਸ਼ਾਲਿਆਂ ਨੂੰ ਸੰਭਾਲਦੇ ਭੱਠ ਵਿੱਚੋਂ ਨਿਕਲ ਕੇ ਅੰਮ੍ਰਿਤਸਰ ਵੱਲ ਤੁਰ ਪਏ। ਜਲਦੀ ਕਦਮ ਪੁੱਟਦੇ ਸਤਿਗੁਰਾਂ ਦੇ ਚਰਨਾਂ ਵਿੱਚ ਪੁੱਜੇ। ਆ ਕੇ ਮਸਤਕ ਟੇਕਿਆ। ਕਿਤਨਾ ਚਿਰ ਸਤਿਗੁਰਾਂ ਦੇ ਚਰਨਾਂ ਵਿਖੇ ਲੇਟੇ ਬੰਦੀਆਂ ਬੇਨਤੀਆਂ ਕਰਦੇ ਰਹੇ ਤੇ ਬੜੀ ਉਸਤਤੀ ਕੀਤੀ। ਸਾਰੀ ਸੰਗਤ ਵੀ ਹੈਰਾਨ ਸੀ ਕਿ ਅੱਜ ਸਤਿਗੁਰਾਂ ਨੇ ਕੀ ਭਾਣਾ ਵਰਤਾ ਦਿੱਤਾ ਹੈ ਜੋ ਗਰਮੀ ਦੇ ਨਾ ਹੁੰਦਿਆਂ ਹੋਇਆਂ ਵੀ ਇਤਨਾ ਜਲ ਪਵਾਇਆ ਹੈ। ਇਸ ਤਰ੍ਹਾਂ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਸਤਿਗੁਰਾਂ ਨੇ ਸਿੱਖਾਂ ਦਾ ਸੰਸਾ ਦੂਰ ਕਰਨ ਲਈ ਬਿਧੀ ਚੰਦ ਨੂੰ ਸੰਬੋਧਨ ਕਰਦਿਆਂ ਕਿਹਾ, ਦੇਖ ਤੇਰੇ ਪਿੱਛੋਂ ਕਿਤਨੀ ਤਕਲੀਫ ਸਹਾਰਨੀ ਪਈ ਹੈ, ਕਿਉਂਕਿ ਅਗਨੀ ਦੇ ਸੇਕ ਕਰਕੇ ਤੇ ਉੱਪਰੋਂ ਠੰਡਾ ਜਲ ਪਵਾਉਣ ਕਰਕੇ ਸਤਿਗੁਰਾਂ ਦੇ ਸਰੀਰ ਉੱਪਰ ਛਾਲੇ ਹੀ ਛਾਲੇ ਹੋ ਗਏ ਸਨ, ਪਰ ਆਪਣੇ ਸਿੱਖ ਨੂੰ ਰੰਚਕ ਮਾਤਰ ਵੀ ਸੇਕ ਨਹੀਂ ਲੱਗਣ ਦਿੱਤਾ। ਸੋ ਹੇ ਗੁਰਸਿੱਖੋ, ਇਹ ਹੈ ਸਤਿਗੁਰੂ ਉੱਪਰ ਸਿੱਖਾਂ ਦਾ ਪੂਰਨ ਭਰੋਸਾ। ਜੋ ਵੀ ਸਤਿਗੁਰੂ 'ਤੇ ਪੂਰਨ ਨਿਸ਼ਚਾ ਰੱਖਦਾ ਹੈ, ਮਨ ਨੂੰ ਕਿਸੇ ਵੇਲੇ ਵੀ ਨਹੀਂ ਡਲਾਉਂਦਾ, ਉਸ ਦੀ ਸਤਿਗੁਰੂ ਜੀ ਆਪ ਅੰਗ ਸੰਗ ਹੋ ਕੇ ਦੇਸ ਪ੍ਰਦੇਸ ਹਲਤ ਪਲਤ ਵਿਖੇ ਰੱਖਿਆ ਕਰਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣਾ ਸਰੀਰ ਦਿਖਾ ਕੇ ਸਭਨਾਂ ਦਾ ਸੰਸਾ ਦੂਰ ਕੀਤਾ। ਉਸ ਸਿੱਖ ਨੂੰ ਦੁਸ਼ਾਲੇ ਦਿਖਾ ਕੇ ਨਿਹਾਲ ਕੀਤਾ। ਉਪਰੰਤ ਅਰਦਾਸਾ ਹੋਇਆ ਅਤੇ ਪ੍ਰਸ਼ਾਦ ਵਰਤਾਇਆ ਗਿਆ। ਸਭ ਇਹੋ ਮਨ ਵਿਖੇ ਆਖ ਰਹੇ ਸਨ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਹਰ ਕਿਸੇ ਦੀ ਜ਼ੁਬਾਨ 'ਤੇ ਗੁਰੂ ਜਸ ਸੀ। ਸ਼ਬਦਾਂ ਦੀ ਧੁਨੀ ਲਗਾ ਦਿੱਤੀ। ਇੱਕ ਅਲੌਕਿਕ ਧੁਨ ਵਿਖੇ ਸਭ ਸਿੱਖ ਸੰਗਤਾਂ ਗਾਉਂਦੀਆਂ ਜਾ ਰਹੀਆਂ ਸਨ, ਜਹ ਜੈ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਨੀਰ ਨ ਸਾਕਸ ਬੋਰ, ਚਲਹਿ ਹਰ ਪੰਥ ਪਗ। ਜੋ ਪੁਰਸ਼ ਪ੍ਰਤੱਖ ਪੈਰਾਂ ਕਰਕੇ, ਮਨ ਰੂਪੀ ਪੈਰਾਂ ਕਰਕੇ ਸਾਰਿਆਂ ਵਿਖੇ ਪੱਗ ਕਹੀਏ ਪਰੇ ਹੋਏ, ਹਰੀ ਪ੍ਰਭੂ ਦੇ ਪੰਥ ਕਹੀਏ ਰਸਤੇ ਬੁੱਧੀ ਵਿਖੇ ਚੱਲਦਾ ਹੈ, ਉਹ ਮਨੁੱਖ ਨੂੰ ਨੀਰ ਕਹੀਏ ਜਲ ਡੋਬ ਨਹੀਂ ਸਕਦਾ। ਜਿਵੇਂ ਸਿਕੰਦਰ ਬਾਦਸ਼ਾਹ ਨੇ ਭਗਤ ਕਬੀਰ ਜੀ ਦੇ ਮਾਰਨ ਵਾਸਤੇ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਰੋੜਿਆ ਸੀ, ਪਰ ਪ੍ਰਭੂ ਦੀ ਕਿਰਪਾ ਨਾਲ ਗੰਗਾ ਦੇ ਜਲ ਵਿਖੇ ਡੁੱਬੇ ਨਹੀਂ ਸਨ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ ਰਹਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘਨਾਥ। ਪਦਾਰਥਾਂ ਰੂਪੀ ਜਲ ਉੱਤੋਂ ਉਸ ਸੇਵਕ ਭਗਤ ਜਨ ਨੂੰ ਡੋਬ ਨਹੀਂ ਸਕਦਾ। ਨਾਨਕ ਰੋਗ ਦੋਖ ਅਗ ਮੋਹ, ਛਿਦੇ ਹਰ ਨਾਮ ਖਗ। ਸਤਿਗੁਰੂ ਜੀ ਕਥਨ ਕਰਦੇ ਹਨ, ਹਰੀ ਨਾਮ ਰੂਪੀ ਖੱਗ ਕਹੀਏ ਖੰਡੇ ਕਰਕੇ, ਰੋਗ ਅਗਿਆਨ ਰੂਪੀ ਰੋਗ, ਦੋਖ ਸ਼ਬਦ ਪਰਸ ਸਪਰਸ, ਰੂਪ ਰਸ ਗੰਧ ਰੂਪ ਦਾ ਦੋਸ, ਅਗ ਬ੍ਰਹਮਣ ਕੈਲੀ ਘਾਤ, ਕੰਬ ਕਾ ਚਾਰੀ ਧਾਨ ਆਦਿਕ। ਆਸੇ ਰੂਪ ਆਪਣੇ ਪਾਪ ਅਤੇ ਸੰਬੰਧੀਆਂ ਦਾ ਮੋਹ ਵਿਦਿਆਦਿਕ ਸਾਰੇ ਵਿਕਾਰ, ਸਿੱਧੇ ਕਹੀਏ ਕੱਟੇ ਭਾਵ ਨਾਸ ਹੋ ਜਾਂਦੇ ਹਨ। ਹੁਣ ਨਾਮ ਸਿਮਰਨ ਤੋਂ ਬਿਨਾਂ ਹੋਰ ਸਭਨਾ ਸਾਧਨਾਂ ਦੀ ਨਿਸਫਲਤਾ ਦਿਖਾਉਂਦੇ ਹੋਏ ਉਪਦੇਸ਼ ਦੇਣਾ ਕਰਦੇ ਹਨ। ਕੋਈ ਜਲ ਧਰਾ ਸਹਾਰ ਰਿਹਾ ਹੈ, ਕੋਈ ਪ੍ਰਾਣਾਯਾਮ ਕਰ ਰਿਹਾ ਹੈ, ਕੋਈ ਬ੍ਰਿਸ਼ਾਂ ਨਾਲ ਪੁੱਠਾ ਲਮਕ ਰਿਹਾ ਹੈ। ਕਈ ਮਨੁੱਖ ਅਨੇਕਾਂ ਵਾਰੀ ਬਹੁਤਿਆਂ ਨਾਲ ਮਿਲ ਕੇ ਖਟੂਆ ਸ਼ਾਸਤਰ ਕਹੀਏ ਛਿਆਂ ਸ਼ਾਸਤਰਾਂ ਨੂੰ ਵਿਚਰਹਿ ਵਿਚਾਰਦੇ ਹਨ। ਕਈ ਮਨੁੱਖ ਅਨੇਕ ਸ਼ਾਸਤਰਾਂ ਨੂੰ ਬਹੁਤ ਖਟੂਆ, ਬਹੁਤ ਹੀ ਖੱਟੀ ਕਮਾਈ ਕਰਨ ਵਾਸਤੇ ਹੀ ਵਿਚਰਿਆ ਕਹਿੰਦੇ ਵਿਚਾਰਦੇ ਹਨ। ਭਸਮ ਲਗਾਏ ਤੀਰਥ ਬਹੁ ਭ੍ਰਮ ਤੇ, ਸੂਖਮ ਦੇਹ ਬੰਦਹਿ ਬਹੁ ਜਟੂਆ। ਕਈ ਮਨੁੱਖ ਆਪਣੇ ਸਰੀਰ ਉੱਪਰ ਭਸਮ ਲਗਾਏ ਕਹੀਏ ਸੁਆਹ ਲਗਾ ਕੇ
ਤੀਰਥਾਂ ਉੱਤੇ ਬਹੁਤਾ ਭਰਮਤੇ ਕਹਿੰਦੇ ਫਿਰਦੇ ਰਹਿੰਦੇ ਹਨ। ਕਈ ਮਨੁੱਖ ਆਪਣੀ ਦੇਹ ਨੂੰ ਸੂਖਮ ਕਰਦੇ ਹਨ ਅਤੇ ਕਈ ਆਪਣੇ ਸਿਰ 'ਤੇ ਬਹੁਤ ਲੰਮੀਆਂ ਜਟੂਆਂ ਕਹੀਏ ਜੜਾਵਾਂ ਨੂੰ ਜੂੜਾ ਬੰਨ੍ਹਦੇ ਹਨ। ਬੋੜ ਦਾ ਦੁੱਧ ਲਗਾ ਕੇ ਜੜਾਵਾਂ ਨੂੰ ਵਧਾਉਂਦੇ ਹਨ। ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਵਡਾਏ ਸੂਤ ਕੇ ਹਟੂਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟਹਿ ਕਰ ਥਟੂਆ। 99 ਅੱਖਰਾਂ ਵੱਲ ਖਿਆਲ ਕਰਨਾ। ਕਈ ਠਾਕਰ ਪੂਜਦੇ ਹਨ, ਕਈ ਸਰੀਰ 'ਤੇ ਚੱਕਰ ਬਣਾਉਣਾ ਕਰਦੇ ਹਨ, ਧਰਤੀ ਪਰ ਚੱਕਰ ਹੀ ਲਗਾਉਂਦੇ ਰਹਿੰਦੇ ਹਨ। ਕਈ ਮਨੁੱਖ ਗਣੇਸ਼ ਚੱਕਰ ਦੀ ਪੂਜਾ ਕਰਦੇ ਹਨ, ਕਈ ਸੋਮ ਪਾਕਾ ਚੰਦਰਮਾ ਦੇ ਪੱਕੇ ਹੋਏ ਫਲਾਂ ਨੂੰ ਖਾਂਦੇ ਹਨ। ਸੋਮ ਪਾਕ ਆਪਣੇ ਹੀ ਹੱਥਾਂ ਨਾਲ ਰੋਟੀ ਪਕਾ ਕੇ ਖਾਂਦੇ ਹਨ ਅਤੇ ਜੋ ਸੋਮ ਕੇ ਚੰਦਰਮਾ ਦੇ ਉਪਾਸਕ ਪਹਿਲੇ ਚੰਦਰਮਾ ਨੂੰ ਦੇਖ ਕੇ ਫਿਰ ਪਕਾ ਕੇ ਰਸੋਈ ਆਪਣੇ ਭੋਜਨ ਖਾਂਦੇ ਹਨ। ਬਸ ਸੋਮ ਨਾਮੇ ਫਲੀ ਨੂੰ ਪਕਾ ਕੇ ਖਾਂਦੇ ਹਨ। ਇਤਿਆਦਿਕ ਅਨਕ ਭਾਂਤ ਅਨੇਕ ਪ੍ਰਕਾਰ ਦੇ ਥਾਟੈ ਕਰ ਥਟੂਆ ਬਣਾਵਾਂ ਅਤੇ ਬਣਾਵਾਂ ਨੂੰ ਬਣਾਉਂਦੇ ਹਨ, ਪਰ ਹਰੀ ਪ੍ਰਭੂ ਅਕਾਲ ਪੁਰਖ ਦੇ ਨਾਮ ਸਿਮਰਨ ਕੀਤੇ ਤੋਂ ਬਿਨਾਂ ਬਾਹਰਲੀ ਕਿਰਿਆ ਕਰਨ ਵਾਲੇ ਮਨੁੱਖ ਇਸ ਤਰ੍ਹਾਂ ਦੁੱਖ ਪਾਉਂਦੇ ਹਨ। ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਵਡਾਏ ਸੂਤ ਕੇ ਹਟੂਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨੇਕ ਭਾਂਤ ਥਟ ਹੈ ਕਰ ਥਟੂਆ।